ਰਹੋ ਸਦਨ ਦੇ ਧੀਰਜ ਤੁਰੇ। ਸੁਨੈ ਸੁਨੈ ਮਗ ਚਲਬੋ ਕਰੇ। ਚੜ੍ਹ ਖਾਸੇ ਪਰ ਸਤਿਗੁਰ ਚਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਥ, ਪ੍ਰਤੱਖ ਹਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਹਨ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਵਾਸਤੇ ਆਉਂਦੀਆਂ ਨੇ। ਮਹਾਰਾਜ ਜੀ ਦੇ ਅੰਮ੍ਰਿਤਮਈ ਦਰਸ਼ਨ ਦੀਦਾਰ ਕਰਕੇ ਕੀਮਤੀ ਉਪਦੇਸ਼ ਸਰਵਣ ਕਰਕੇ ਉਸ ਉਪਦੇਸ਼ ਦੀ ਕਮਾਈ ਕਰਕੇ ਕਲਿਆਣ ਪ੍ਰਾਪਤ ਕਰਦੀਆਂ ਹਨ। ਭਾਈ ਸਾਈਂ ਦਾਸ ਇਹ ਸਿੱਖ ਚੱਲ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ ਹੈ। ਇਸ ਨੇ ਬੇਨਤੀ ਕੀਤੀ ਹੈ, ਮਹਾਰਾਜ ਮੈਂ ਸਿੱਖਾਂ ਦੀ ਸੇਵਾ ਵੀ ਕਰਦਾ ਅਤੇ ਆਪ ਜੀ ਦਾ ਉਪਦੇਸ਼ ਉਹ ਵੀ ਸੁਣਦਾ ਹਾਂ। ਹਮੇਸ਼ਾ ਤੁਹਾਡੇ ਚਰਨਾਂ ਦਾ ਸੇਵਕ ਹਾਂ, ਪਰ ਸ਼ਬਦ ਸੁਣਨ ਲੱਗਿਆਂ ਇਹ ਜਿਹੜਾ ਮਨ ਹੈ ਕਈ ਵਾਰੀ ਬਾਹਰ ਦੌੜਦਾ ਹੈ, ਚੰਚਲ ਹੈ, ਟਿਕਦਾ ਨਹੀਂ। ਕਿਰਪਾ ਕਰੋ ਮਹਾਰਾਜ, ਐਸਾ ਉਪਦੇਸ਼ ਦੇਵੋ ਜਿਹਦੇ ਨਾਲ ਇਹ ਚੰਚਲ ਮਨ ਟਿਕ ਜਾਵੇ। ਇਹਦੀ ਬੇਨਤੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣੀ ਹੈ। ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਗੁਰਸਿੱਖ ਪਿਆਰਿਓ, ਇਹ ਮਨ ਚੰਚਲ ਹੈ, ਪਰ ਤੁਸੀਂ ਭਾਗਾਂ ਵਾਲੇ ਹੋ ਕਿ ਤੁਹਾਨੂੰ ਮਨ ਦੀ ਖੇਡ ਸਮਝ ਵਿੱਚ ਆਈ ਹੈ। ਕਈਆਂ ਦੇ ਤਾਂ ਕਈ ਜਨਮ ਲੰਘ ਜਾਂਦੇ ਨੇ, ਮਨ ਦੀ ਖੇਡ ਬਾਰੇ ਜਾਣ ਨਹੀਂ ਸਕਦੇ, ਪਰ ਤੁਸੀਂ ਸਮਝ ਚੁੱਕੇ ਹੋ ਕਿ ਮਨ ਟਿਕ ਨਹੀਂ ਰਿਹਾ। ਜਦੋਂ ਮਨ ਦੌੜਦਾ ਹੈ, ਮਹਾਰਾਜ ਕਹਿੰਦੇ ਹਨ ਕਿ ਇਸ ਮਨ ਨੂੰ ਜਿਨ੍ਹਾਂ ਪਦਾਰਥਾਂ ਵੱਲ ਦੌੜੇ ਉਹ ਝੂਠੇ ਦਿਖਾਓ ਕਿ ਇਹ ਮਨਾ ਜਿਨ੍ਹਾਂ ਪਦਾਰਥਾਂ ਪਿੱਛੇ ਤੂੰ ਦੌੜ ਰਿਹਾ ਹੈ, ਇਹ ਪਦਾਰਥ ਕਈ ਵਾਰ ਤੈਨੂੰ ਪ੍ਰਾਪਤ ਹੋਏ ਨੇ, ਪਰ ਹਾਲੇ ਤੱਕ ਵੀ ਤੂੰ ਇਹਨਾਂ ਨੂੰ ਪਾ ਕੇ ਟਿਕਾ ਵਿੱਚ ਨਹੀਂ ਆਇਆ, ਤੈਨੂੰ ਸ਼ਾਂਤੀ ਨਹੀਂ ਮਿਲੀ। ਜੇ ਤੂੰ ਕਲਿਆਣ ਚਾਹੁੰਦਾ ਹੈ ਤੇ ਫਿਰ ਸ਼ਬਦ ਵਿੱਚ ਜੁੜ। ਮਹਾਰਾਜ ਕਹਿੰਦੇ ਨੇ ਜਿਸ ਤਰ੍ਹਾਂ ਅੜੀਅਲ ਘੋੜਾ ਉਹ ਵਸ ਤੋਂ ਬਾਹਰ ਹੁੰਦਾ ਹੈ, ਪਰ ਜਿਹੜਾ ਸਿਆਣਾ ਅਸਵਾਰ ਹੈ ਉਸ ਦੇ ਮੂੰਹ ਦੇ ਵਿੱਚ ਲਗਾਮ ਦੇ ਕੇ ਤੇ ਉਸ ਘੋੜੇ ਨੂੰ ਬਾਰ-ਬਾਰ ਮੋੜ ਕੇ ਆਪਣੀ ਆਗਿਆ ਵਿੱਚ ਲੈ ਆਉਂਦਾ ਹੈ। ਇਸੇ ਤਰ੍ਹਾਂ ਮਨ ਘੋੜਾ ਹੈ, ਇਹਨੂੰ ਸ਼ਬਦ ਦੀ ਡੋਰ ਦੇ ਨਾਲ ਬੰਨ੍ਹ ਕੇ ਜਦੋਂ ਇਹ ਮਨ ਬਾਹਰ ਜਾਵੇ, ਬਾਰ-ਬਾਰ ਯਤਨ ਕਰੀਏ ਸ਼ਬਦ ਦੇ ਆਸਰੇ ਇਸ ਮਨ ਨੂੰ ਟਿਕਾਉਣ ਦਾ। ਜਿਸ ਤਰ੍ਹਾਂ ਅੜੀਅਲ ਘੋੜਾ ਵਸ ਵਿੱਚ ਆ ਜਾਂਦਾ ਹੈ ਅਤੇ ਫਿਰ ਉਹਨੂੰ ਅਸਵਾਰ ਆਪਣੀ ਮਰਜ਼ੀ ਨਾਲ ਅੱਗੇ ਤੋਰਦਾ ਹੈ, ਇਸੇ ਤਰ੍ਹਾਂ ਸ਼ਬਦ ਦੀ ਕਮਾਈ ਦੇ ਨਾਲ, ਗੁਰੂ ਉਪਦੇਸ਼ ਦੇ ਨਾਲ ਜਦੋਂ ਮਨ ਨੂੰ ਟਿਕਾ ਮਿਲ ਜਾਵੇ, ਮਨ ਵਸ ਵਿੱਚ ਆ ਜਾਵੇ, ਅਤੇ ਫਿਰ ਜਿਹੜੇ ਗੁਰਮੁਖ ਜਨ ਹਨ ਉਹ ਮਨ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਂਦੇ ਨੇ। ਉਹ ਮਨ ਪਿੱਛੇ ਲੱਗ ਕੇ ਦੌੜਦੇ ਨਹੀਂ, ਕਿਉਂਕਿ ਅਣਜਾਣ ਅਸਵਾਰ ਅੜੀਅਲ ਘੋੜੇ ਨੂੰ ਵਸ ਵਿੱਚ ਹੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਇਹ ਜੀਵ ਅਣਜਾਣ ਹੈ। ਜਿਸ ਯਤਨ ਦੇ ਨਾਲ
ਵਸ ਵਿੱਚ ਆਉਣਾ ਸੀ ਉਹ ਤਾਂ ਯਤਨ ਕੀਤਾ ਹੀ ਨਹੀਂ। ਸੋਚਿਆ ਬਾਹਰਲੇ ਪਦਾਰਥਾਂ ਦੇ ਨਾਲ ਇਹਨਾਂ ਵਿੱਚੋਂ ਸਾਨੂੰ ਸੁੱਖ ਮਿਲੇਗਾ ਤੇ ਮਨ ਵਿੱਚ ਸ਼ਾਂਤੀ ਆਵੇਗੀ, ਪਰ ਨਹੀਂ, ਉਲਟਾ ਹੋਇਆ ਕਿ ਜਿਉਂ-ਜਿਉਂ ਮਨ ਪਦਾਰਥਾਂ ਵੱਲ ਦੌੜਿਆ ਉਹਨਾਂ ਨੂੰ ਪਾਉਣ ਦਾ ਯਤਨ ਕਰਦੇ ਰਹੇ। ਉਹ ਪਾ ਕੇ ਮਨ ਹਲੇ ਵੀ ਅਸ਼ਾਂਤ ਹੈ, ਦੁਖੀ ਹੈ। ਜਿਹੜੇ ਸਿਆਣੇ ਹਨ, ਗਿਆਨਵਾਨ ਹਨ, ਗੁਰੂ ਤੋਂ ਉਪਦੇਸ਼ ਲੈਂਦੇ ਨੇ, ਉਹ ਫਿਰ ਉਪਦੇਸ਼ ਦੀ ਕਮਾਈ ਕਰਦੇ ਹਨ, ਸ਼ਬਦ ਦੀ ਕਮਾਈ ਕਰਦੇ ਨੇ। ਫਿਰ ਸ਼ਬਦ ਦੇ ਨਾਲ ਇਸ ਮਨ ਨੂੰ, ਅੜੀਅਲ ਘੋੜੇ ਨੂੰ ਵਸ ਵਿੱਚ ਕਰਦੇ ਤੇ ਫਿਰ ਇਸ ਮਨ ਦੇ ਉੱਤੇ ਆਪ ਅਸਵਾਰ ਹੁੰਦੇ ਨੇ ਤੇ ਆਪਣੇ ਹੁਕਮ ਅਨੁਸਾਰ ਇਸ ਮਨ ਨੂੰ ਚਲਾਉਂਦੇ। ਪਹਿਲਾਂ ਤੇ ਮਨ ਕਹਿੰਦਾ ਸੀ ਸੁੱਤਾ ਰਹਿ, ਬਾਣੀ ਪੜ੍ਹਨ ਨੂੰ ਚਿੱਤ ਨਹੀਂ ਸੀ ਕਰਦਾ, ਸੇਵਾ ਨਹੀਂ ਸੀ ਕਰਨ ਦਿੰਦਾ। ਪਰ ਜਦੋਂ ਗੁਰੂ ਦਾ ਉਪਦੇਸ਼ ਸੁਣਿਆ, ਸ਼ਬਦ ਦੀ ਕਮਾਈ ਕੀਤੀ, ਅਭਿਆਸ ਕੀਤਾ ਤੇ ਫਿਰ ਜਿਹੜੇ ਗੁਰਮੁਖ ਜਨ ਹਨ ਉਹਨਾਂ ਬਾਰੇ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਕਿ ਉਹਨਾਂ ਦਾ ਜੀਵਨ ਵੱਖਰਾ ਹੈ। ਤਿੰਨ ਕੀ ਕਥਾ ਨਿਰਾਰੀ ਰੇ। ਆਮ ਲੋਕਾਂ ਦੀ ਕਥਾ ਇੱਕ ਪਾਸੇ ਹੈ, ਜੀਵਨ ਉਹਨਾਂ ਦਾ ਇੱਕ ਪਾਸੇ ਹੈ। ਜਿਸ ਤਰ੍ਹਾਂ ਸਾਰੇ ਜਨਮ ਲੈ ਕੇ ਆਏ, ਖਾਧਾ ਪੀਤਾ, ਪਦਾਰਥਾਂ ਦਾ ਆਨੰਦ ਲਿਆ, ਉਸੇ ਤਰ੍ਹਾਂ ਤੁਰ ਗਏ। ਪਰ ਜਿਹੜੇ ਗੁਰਮੁਖ ਜਨ ਹਨ ਉਹਨਾਂ ਦਾ ਜੀਵਨ ਵੱਖਰਾ ਹੈ। ਇਸ ਕਹਿੰਦੇ ਤਿੰਨ ਕੀ ਕਥਾ ਨਿਰਾਰੀ ਰੇ, ਉਹਨਾਂ ਦੀ ਕਥਾ ਵੱਖਰੀ ਹੋ ਜਾਂਦੀ ਹੈ। ਉਹ ਫਿਰ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾ ਹਕੇਰੀ, ਬਿਖਮ ਮਾਰਗ ਚੱਲਣ। ਉਹ ਬਿਖਮ ਮਾਰਗ ਦੇ ਪਾਂਧੀ ਬਣਦੇ ਹਨ। ਇਸ ਤਰ੍ਹਾਂ ਫਿਰ ਉਹ ਮਨ ਨੂੰ ਆਪਣੇ ਪਿੱਛੇ ਤੋਰਦੇ ਨੇ। ਬੜੀ ਔਖੀ ਖੇਡ ਹੈ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਨ। ਪਰ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਮਨ ਦੀ ਖੇਡ ਨੂੰ ਸਮਝ ਲੈਂਦਾ ਹੈ, ਸ਼ਬਦ ਦੁਆਰਾ ਇਸ ਮਨ ਨੂੰ ਵਸ ਵਿੱਚ ਕਰਦਾ ਹੈ ਤੇ ਫਿਰ ਆਪਣੇ ਹੁਕਮ ਦੇ ਵਿੱਚ ਮਨ ਨੂੰ ਤੋਰਦਾ ਹੈ। ਪਹਿਲਾਂ ਮਨ ਕਹਿੰਦਾ ਸੀ ਨਹੀਂ ਉੱਠਣ ਦੇਣਾ, ਗੁਰਮੁਖ ਕਹਿੰਦਾ ਮੇਰੇ ਗੁਰੂ ਦਾ ਹੁਕਮ ਹੈ। ਮਨ ਨੂੰ ਇੱਕ ਪਾਸੇ ਰੱਖ ਕੇ ਉਹ ਅੰਮ੍ਰਿਤ ਵੇਲਾ ਸੰਭਾਲਦਾ ਹੈ। ਬਾਣੀ ਨਹੀਂ ਸੀ ਪੜ੍ਹਨ ਦਿੰਦਾ, ਪਰ ਗੁਰਮੁਖ ਜਨ ਆਪਣੇ ਮਨ ਨੂੰ ਆਪਣੇ ਪਿੱਛੇ ਤੋਰਦੇ ਹਨ, ਉਹ ਯਤਨ ਕਰਦੇ ਨੇ। ਇਹ ਵੀ ਇੱਕ ਵੱਡਾ ਹੱਠ ਹੀ ਹੈ ਨਾ। ਚਲੋ ਉਹ ਹੱਠ ਤਾਂ ਸਤਿਗੁਰਾਂ ਨੇ ਸਾਨੂੰ ਦਿੱਤਾ ਹੀ ਨਹੀਂ। ਪਹਾੜਾਂ ਵਿੱਚ ਜਾਣਾ, ਧੂਣੀਆਂ ਤਪਾਉਣੀਆਂ, ਜੰਗਲਾਂ ਵਿੱਚ ਜਾ ਕੇ ਸਮਾਂ ਬਤੀਤ ਕਰਨਾ, ਇਹ ਹੱਠ ਨਹੀਂ ਦਿੱਤਾ। ਪਰ ਇਹ ਵੀ ਇੱਕ ਹੱਠ ਹੈ, ਇਸ ਮਨ ਨੂੰ ਗੁਰੂ ਸ਼ਬਦ ਵੱਲ ਬਾਰ-ਬਾਰ ਪੁਨः ਲੈ ਕੇ ਆਉਣਾ। ਇਹ ਵੀ ਇੱਕ ਹੱਠ ਹੈ। ਸੰਗਤ ਵਿੱਚ ਬੈਠਣਾ, ਇਹ ਵੀ ਇੱਕ ਹੱਠ ਹੈ। ਅੰਮ੍ਰਿਤ ਵੇਲੇ ਉੱਠਣਾ ਹੱਠ ਹੈ। ਚੌਂਕੜਾ ਲਾ ਕੇ ਨਿਤਨੇਮ ਕਰਨਾ। ਫਿਰ ਇਹਨਾਂ ਨੂੰ ਹੀ ਆਪਾਂ ਹਰ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ। ਹੱਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਆਪ ਜੀ ਦਾ ਨਾਮ ਜਪਿਆ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਫਿਰ ਕਹਿੰਦੇ ਹਾਂ ਬੋਲੋ ਜੀ ਵਾਹਿਗੁਰੂ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਉਹਨਾਂ ਦੇ ਨਾਮ ਆਪਾਂ ਪਿੱਛੇ ਇਤਿਹਾਸ ਵਿੱਚ ਸਰਵਣ ਕੀਤੇ ਨੇ। ਉਹ ਉਪਦੇਸ਼ ਸਤਿਗੁਰਾਂ ਨੇ ਸਾਨੂੰ ਕਮਾਉਣ ਵਾਸਤੇ ਦਿੱਤਾ ਹੈ। ਜਿਸ ਤਰ੍ਹਾਂ ਮਹਾਰਾਜ ਅੰਮ੍ਰਿਤਸਰ ਤੋਂ ਗੋਇੰਦਵਾਲ ਜਾਣ ਦੀ ਇੱਛਾ ਪ੍ਰਗਟ ਕਰਦੇ, ਰਸਤੇ ਵਿੱਚ ਜਿਹੜਾ ਮਹਾਰਾਜ ਜੀ ਨੇ ਸਥਾਨ ਹੈ, ਵੱਡਾ ਤੀਰਥ, ਇਹ ਤੀਰਥ ਧਾਮਾਂ ਵਿੱਚ ਆਉਂਦਾ ਹੈ। ਜਿਸ ਤਰ੍ਹਾਂ ਸਿੱਖਾਂ ਦੇ ਤਖਤ ਹਨ, ਉਸ ਤਰ੍ਹਾਂ ਧਾਮ ਹਨ ਤੇ ਤਰਨ ਤਾਰਨ ਦਾ ਧਾਮ ਹੈ। ਕਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜ਼ਮੀਨ ਮੁੱਲ ਖਰੀਦੀ, ਇੱਥੇ ਪਾਵਨ ਸਰੋਵਰ ਦਾ ਟੱਕ ਹੱਥੀਂ ਲਾਇਆ, ਕਿਸ ਤਰ੍ਹਾਂ ਮਹਾਰਾਜ ਨੇ ਤੀਰਥ ਪ੍ਰਗਟ ਕੀਤਾ ਹੈ, ਇਹ ਕਥਾ ਅੱਗੇ ਆ ਰਹੀ ਹੈ। ਆਓ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜੀਏ। ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਕਥਾ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। ਆਪ ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੜ੍ਹ ਖਾਸੇ ਪਰ ਸਤਿਗੁਰ ਚਲੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਲਕੀ ਮੰਗਾਈ ਹੈ। ਉਸ ਪਾਲਕੀ ਦੇ ਉੱਤੇ ਸਤਿਗੁਰੂ ਜੀ ਅਸਵਾਰ ਹੋਏ ਨੇ ਤੇ ਚੱਲੇ ਹਨ। ਮਾਤਾ ਜੀ ਕਰ ਬੰਧਨ ਮਿਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਾਣ ਦੀ ਖਬਰ ਸੁਣ ਕੇ ਸਾਡੇ ਅਤੀ ਸਨਮਾਨਯੋਗ ਮਾਤਾ ਗੰਗਾ ਜੀ ਸਤਿਗੁਰਾਂ ਦੇ ਮਹਿਲ ਮਹਾਰਾਜ ਨੂੰ ਆ ਕੇ ਮਿਲੇ ਹਨ। ਰਹੋ ਸਦਨ ਦੇ ਧੀਰਜ ਤੁਰੇ। ਸਤਿਗੁਰੂ ਜੀ ਨੇ ਮਾਤਾ ਜੀ ਨੂੰ ਧੀਰਜ ਦਿੱਤਾ ਹੈ ਕਿ ਤੁਸੀਂ ਘਰ ਵਿੱਚ ਰਹੋ,
ਤੇ ਇਹ ਬਚਨ ਕਹਿ ਕੇ ਸਤਿਗੁਰੂ ਜੀ ਚੱਲ ਪਏ ਹਨ। ਸਨੈ ਸਨੈ ਮਗ ਚਲਬੋ ਕਰੇ, ਹੌਲੀ ਹੌਲੀ ਰਸਤੇ ਉੱਤੇ ਚੱਲੇ ਹਨ। ਕਿਤਕ ਕੋਸ ਗਮਨੇ ਥਿਤ ਹੋਏ। ਜਦੋਂ ਅੰਮ੍ਰਿਤਸਰ ਤੋਂ ਕੁਝ ਕੁ ਸਤਿਗੁਰੂ ਦੂਰ ਗਏ ਨੇ ਤੇ ਮਹਾਰਾਜ ਉੱਥੇ ਰੁਕੇ ਹਨ। ਉਤਰੇ ਸੁੰਦਰ ਥਲ ਕੋ ਜੋਏ। ਸਤਿਗੁਰੂ ਜੀ ਨੇ ਬੜਾ ਸੋਹਣਾ ਥਾਂ ਦੇਖਿਆ ਹੈ। ਉਹ ਸੋਹਣਾ ਥਾਂ ਦੇਖ ਕੇ ਸਤਿਗੁਰੂ ਉੱਥੇ ਉਤਰੇ ਹਨ। ਸਾਧ ਸੰਗਤ ਜੀ, ਸਾਡੇ ਲਈ ਤਾਂ ਸੋਹਣਾ ਥਾਂ ਉਹੋ ਹੀ ਹੈ ਜਿੱਥੇ ਪੂਰੇ ਗੁਰੂ ਦੇ ਮੁਬਾਰਕ ਚਰਨ ਪਏ ਹੋਣ, ਜਿੱਥੇ ਸ਼ਬਦ ਦਾ ਪ੍ਰਵਾਹ ਚੱਲ ਰਿਹਾ ਹੋਵੇ, ਅਕਾਲ ਪੁਰਖ ਦੀ ਭਗਤੀ ਦੀ ਸਿਮਰਨ ਦੀ ਗੱਲ ਚੱਲਦੀ ਹੋਵੇ। ਉਹ ਥਾਂ ਬਹੁਤ ਸ਼ੋਭਨੀਕ ਹਨ। ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਫਿਰ ਉਹ ਜੀਵ ਸੋਹਣੇ ਹਨ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਕੇ ਬਹਿੰਦੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦੇ ਹਨ। ਉਹ ਤਾਂ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬੰਦਾ ਆਪਣੇ ਸੋਹਣੇ ਸਰੂਪ 'ਤੇ ਮਾਣ ਕਰਦਾ ਹੈ, ਕੋਈ ਗੁਣਾਂ 'ਤੇ ਮਾਣ ਕਰਦਾ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਸੋਹਣਾ ਤੇ ਉਹ ਹੈ ਨਾ ਭਾਈ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਕਰ ਰਿਹਾ, ਜਿਹੜਾ ਸਿਮਰਨ ਕਰਦਾ ਹੈ, ਨਿਤਨੇਮ ਕਰਦਾ ਹੈ, ਆਪਣੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਕਮਾਉਂਦਾ ਹੈ। ਇਸੇ ਤਰ੍ਹਾਂ ਇਹ ਸਤਿਗੁਰੂ ਜੀ ਨੇ ਤੀਰਥ ਪ੍ਰਗਟ ਕਰਨਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਇੱਥੇ ਸਦਾ ਸ਼ਬਦ ਦਾ ਪ੍ਰਵਾਹ ਚੱਲੇ। ਬੇਅੰਤ ਹੀ ਸੰਗਤਾਂ ਇੱਥੇ ਆਉਣਗੀਆਂ, ਉਹਨਾਂ ਦਾ ਵੀ ਭਲਾ ਹੋਵੇਗਾ। ਇਹ ਸਤਿਗੁਰੂ ਜੀ ਨੇ ਆਉਣ ਵਾਲੀ ਵਾਰਤਾ ਸਾਰੀ ਦੇਖੀ ਹੈ। ਇਸ ਲਈ ਮਹਾਰਾਜ ਜੀ ਨੇ ਇਹ ਥਾਂ ਸੋਹਣਾ ਜਾਣਿਆ ਕਿ ਇੱਥੇ ਆਉਣ ਵਾਲੇ ਸਮੇਂ ਵਿੱਚ ਅਸੀਂ ਤੀਰਥ ਪ੍ਰਗਟ ਕਰਾਂਗੇ। ਇਹ ਜਾਣ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਉੱਥੇ ਰੁਕੇ ਹਨ। ਜਹਾਂ ਤਰਨ ਤਾਰਨ ਸਥਾਨ। ਜਿੱਥੇ ਸਾਧ ਸੰਗਤ ਜੀ ਅੱਜ ਅਸਥਾਨ ਹੈ ਤਰਨ ਤਾਰਨ ਸਾਹਿਬ। ਇਹ ਸਿੱਖਾਂ ਦਾ ਧਾਮ ਹੈ, 4 ਧਾਮਾਂ ਦੇ ਵਿੱਚ ਆਉਂਦਾ ਹੈ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ। ਸੋ ਇੱਥੇ ਮਹਾਰਾਜ ਰੁਕੇ ਹਨ। ਤੀਰਥ ਦੇਖਿਓ ਲਾਏ ਧਿਆਨ। ਧਿਆਨ ਲਾ ਕੇ ਸਤਿਗੁਰੂ ਜੀ ਨੇ ਆਉਣ ਵਾਲਾ ਸਮਾਂ ਉਹ ਮਹਾਰਾਜ ਆਪ ਹੀ ਲਿਆਉਣ ਵਾਲੇ ਨੇ, ਸੋਹਣਾ ਸਮਾਂ, ਤੇ ਮਹਾਰਾਜ ਨੇ ਧਿਆਨ ਲਾ ਕੇ ਇੱਥੇ ਤੀਰਥ ਦੇਖਿਆ ਹੈ। ਨਰ ਨਾਰੀ ਇਸ਼ਨਾਨ ਤੇ ਪਾਵਨ। ਇਹ ਦੇਖਿਆ ਸਤਿਗੁਰੂ ਜੀ ਨੇ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਬਾਣੀ ਦਾ ਪ੍ਰਵਾਹ ਚੱਲੇਗਾ। ਜਿਹੜਾ ਵੀ ਇੱਥੇ ਸਰੋਵਰ 'ਚ ਇਸ਼ਨਾਨ ਕਰੇਗਾ ਉਹ ਪਵਿੱਤਰ ਹੋਵੇਗਾ। ਸ਼ਰਧਾ ਕਰੇ ਕਾਮਨਾ ਪਾਵਨ। ਜੋ ਵੀ ਸ਼ਰਧਾ ਲੈ ਕੇ ਇੱਥੇ ਆਵੇਗਾ ਉਹਦੀ ਕਾਮਨਾ ਪੂਰੀ ਹੋਵੇਗੀ। ਮਾਰਗ ਚਲੈ ਭਾਵ ਤੇ ਪਾਵਨ। ਜਿਹੜਾ ਭਾਵ ਹੁੰਦਾ ਪ੍ਰੇਮ, ਪ੍ਰੇਮ ਦੇ ਨਾਲ ਇਸ ਮਾਰਗ ਤੇ ਤੁਰੇਗਾ। ਕਿਉਂਕਿ ਤੁਰਦਾ ਤੇ ਮਨੁੱਖ ਆਪਣੀ ਕਮਾਈ ਵਾਸਤੇ ਵੀ ਹੈ, ਤੁਰਦਾ ਤੇ ਆਪਣੇ ਸਵਾਰਥ ਲਈ ਵੀ ਹੈ, ਪਰ ਤੁਰਿਆ ਉਹ ਪ੍ਰਵਾਨ ਹੈ। ਕਈ ਤਾਂ ਸੈਰ ਕਰਨ ਵਾਸਤੇ ਵੀ ਤੁਰਦੇ ਨੇ, ਪਰ ਉਹਨਾਂ ਦਾ ਤੁਰਿਆ ਹੋਇਆ ਇੱਕ ਇੱਕ ਕਦਮ ਜਿਹੜਾ ਹੈ ਉਹ ਲੇਖੇ ਵਿੱਚ ਲੱਗਦਾ। ਜਿਹੜਾ ਭਾਵ ਪ੍ਰੇਮ ਦੇ ਨਾਲ ਗੁਰੂ ਵੱਲ ਕਦਮ ਚੱਲੇ, ਜਿਹੜਾ ਕਦਮ ਪਰਮਾਤਮਾ ਦੀ ਪ੍ਰਾਪਤੀ ਵੱਲ ਤੁਰੇ, ਉਹ ਕਦਮ ਉਹ ਚੱਲਿਆ ਹੋਇਆ ਜਿਹੜਾ ਹੈ ਉਹ ਭਾਗਾਂ ਵਿੱਚ ਲੇਖੇ ਵਿੱਚ ਲੱਗਦਾ ਹੈ। ਜਿਹੜਾ ਵੀ ਭਾਵਨਾ ਨਾਲ ਇੱਧਰ ਤੁਰੇਗਾ ਮਿਟਹਿ ਰੋਗ ਗਨ ਆਨੰਦ ਪਾਵਨ। ਉਸ ਦੇ ਰੋਗ ਮਿਟਣਗੇ, ਉਹਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਪਰ ਰੋਗ ਮਿਟਣਗੇ, ਆਨੰਦ ਪ੍ਰਾਪਤ ਹੋਵੇਗਾ। ਹੋਵੇਗਾ ਕਿਸ ਤਰ੍ਹਾਂ? ਮਹਾਰਾਜ ਨੇ ਇੱਥੇ ਪਹਿਲਾਂ ਵਿਚਾਰਿਆ ਹੈ ਕਿ ਜਿਹੜਾ ਇੱਥੇ ਮਾਰਗ ਚੱਲੇ ਭਾਵ ਤੇ ਪਾਵਨ, ਜਿਹੜਾ ਭਾਵਨਾ ਦੇ ਨਾਲ ਇਸ ਮਾਰਗ ਰਸਤੇ ਤੇ ਤੁਰੇਗਾ, ਕਿਉਂਕਿ ਪਰਮਾਤਮਾ ਵਾਹਿਗੁਰੂ ਦੇ ਵੱਲ ਚੱਲਿਆ ਹੋਇਆ ਉਹ ਕਦਮ ਲੇਖੇ ਵਿੱਚ ਪੈਂਦਾ ਹੈ ਜਿਹੜਾ ਭਾਵਨਾ ਦੇ ਨਾਲ ਚੱਲਿਆ ਜਾਵੇ। ਇੱਥੇ ਕੋਈ ਵੀ ਕਰਮ ਕਰੀਏ ਪਰ ਪਹਿਲਾਂ ਅੰਦਰ ਭਾਵਨਾ ਹੋਵੇ, ਪ੍ਰੇਮ ਹੋਵੇ, ਸ਼ਰਧਾ ਹੋਵੇ, ਭਰੋਸਾ ਹੋਵੇ, ਸਿੱਧਕ ਹੋਵੇ, ਤੇ ਫਿਰ ਤਾਂ ਪ੍ਰਵਾਨ ਹੈ। ਪਰ ਜੇ ਆਪਾਂ ਆ ਕੇ ਕਾਹਲਪੁਣੇ ਵਿੱਚ ਕਹੀਏ ਕਿ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ, ਤੇ ਫਿਰ ਨਹੀਂ, ਫਿਰ ਤਾਂ ਸਗੋਂ ਦੂਰੀ ਹੀ ਬਣਦੀ। ਕਿ ਜੇ ਆ ਕੇ ਆਪਾਂ ਕਹੀਏ ਕਿ ਇਸ ਤਰ੍ਹਾਂ ਮਿਲਿਆ ਕਿਉਂ ਨਹੀਂ, ਜੇ ਸਵਾਲ ਕਰੀਏ, ਹਾਂ ਜੋ ਕੁਝ ਮਾਲਕ ਨੇ ਦਿੱਤਾ ਉਹ ਉਹਦਾ ਸ਼ੁਕਰਾਨਾ ਹੈ। ਜਿਹੜਾ ਹਾਲੇ ਤੱਕ ਨਹੀਂ ਮਿਲਿਆ ਨਾ, ਤੇ ਉਹ ਹੋ ਸਕਦਾ ਕਿ ਸਾਡੇ ਭਾਗਾਂ ਵਿੱਚ ਹੋਵੇ ਨਾ, ਤੇ ਇਹ ਵੀ ਹੋ ਸਕਦਾ ਕਿ ਉਹ ਸਾਡੇ ਲਈ ਦੁਖਦਾਈ ਹੋਵੇ। ਜਿਸ ਤਰ੍ਹਾਂ ਕੋਈ ਬੱਚਾ ਰਿੜਿਆ ਜਾਵੇ ਅੱਗ ਵੱਲ ਤੇ ਬਾਰ-ਬਾਰ ਮਾਂ ਫੜ ਕੇ ਉਹਨੂੰ ਪਿੱਛੇ ਕਰੇ, ਬੱਚਾ ਫਿਰ ਅੱਗ ਵੱਲ ਜਾਂਦਾ ਹੈ। ਜਦੋਂ ਮਾਂ ਨੇ ਚੁੱਕ ਕੇ ਪਿੱਛੇ ਲਿਆਂਦਾ ਤੇ ਬੱਚਾ ਰੋਵੇ, ਤੇ ਕੋਈ ਆ ਕੇ ਪੁੱਛਦਾ ਕਿਉਂ ਰਵਾਇਆ ਬੱਚੇ ਨੂੰ, ਪਰ ਮਾਂ ਜਾਣਦੀ ਹੈ ਕਿ ਜੇ ਮੈਂ ਨਾ ਚੁੱਕਦੀ, ਨਾ ਪਿਛਾਂ ਕਰਦੀ, ਤੇ ਇਹਨੇ ਅੱਗ ਤੇ ਜਾ ਬੈਠਣਾ ਸੀ, ਅੱਗ ਦੇ ਨਾਲੇ ਸੜ ਸਕਦਾ ਸੀ। ਇਸੇ ਤਰ੍ਹਾਂ ਜੋ ਕੁਝ ਹਲੇ ਤੱਕ ਨਹੀਂ ਮਿਲਿਆ ਉਹ ਵੀ ਸ਼ੁਕਰ ਹੈ ਉਸ ਦਾ ਕਿ ਉਹ ਸਾਡੇ ਲਈ ਦੁੱਖਦਾ ਹੀ ਹੋ ਸਕਦਾ ਸੀ, ਉਹ ਤੇਰੇ ਤੋਂ ਸਾਨੂੰ ਦੂਰ ਲਿਜਾ ਸਕਦਾ ਸੀ। ਪਰ ਇਹ ਜਿਹੜੇ ਸਤ ਸੰਗੀ ਨੇ, ਗੁਰਮੁਖ ਜਨ ਹਨ, ਉਹ ਜਾਣਦੇ ਹਨ ਤੇ ਉਹ ਹਰ ਕਰਮ ਦੇ ਵਿੱਚ ਭਲਾ ਹੀ ਮੰਨਦੇ।
ਜਿਹੜਾ ਵੀ ਸਮਾਂ ਲੰਘ ਰਿਹਾ ਹੈ, ਬਤੀਤ ਹੋ ਰਿਹਾ ਹੈ, ਉਹਦੇ ਵਿੱਚ ਭਲਾ ਹੈ, ਸ਼ੁਕਰ ਹੈ ਉਸ ਦਾ। ਇਹ ਗੁਰਮੁਖ ਜਨ ਸਦਾ ਸ਼ੁਕਰ ਵਿੱਚ ਜੀਵਨ ਬਤੀਤ ਕਰਦੇ। ਗੁਰੂ ਸਾਹਿਬ ਜੀ ਨੇ ਦੇਖਿਆ ਜਿਹੜਾ ਭਾਵਨਾ ਦੇ ਨਾਲ ਇੱਥੇ ਆਵੇ, ਭਾਵਨਾ ਦੇ ਨਾਲ ਕਦਮ ਪੁੱਟੇਗਾ ਤੇ ਉਹਦੇ ਰੋਗ ਦੂਰ ਹੋਣਗੇ, ਉਸ ਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ। ਇਕ ਤਉ ਭਲਾ ਸੂਰਤ ਹੈ ਗ੍ਰਾਮ। ਸਾਧ ਸੰਗਤ ਜੀ, ਇੱਕ ਨਗਰ ਸੀ, ਅੱਜ ਵੀ ਉਹ ਨਗਰ ਉੱਥੇ ਮੌਜੂਦ ਹੈ, ਪਰ ਪਹਿਲੇ ਸਮੇਂ ਦੇ ਵਿੱਚ ਇਹ ਨਗਰ ਬਹੁਤ ਵੱਡਾ ਸੀ ਤੇ ਉਹ ਨਗਰ ਪਲਾਸੌਰ। ਜਦੋਂ ਆਪਾਂ ਤਰਨ ਤਾਰਨ ਤੋਂ ਖੇਮਕਰਨ ਨੂੰ ਜਾਈਏ ਤੇ ਅੱਜ ਵੀ ਉਹ ਨਗਰ ਉੱਥੇ ਹੈ, ਪਰ ਹੋ ਸਕਦਾ ਉਸ ਸਮੇਂ ਨਗਰ ਬਹੁਤ ਵੱਡਾ ਹੋਵੇ, ਇਸ ਲਈ ਪਲਾਸੌਰ ਜਿਹੜਾ ਨਗਰ ਉੱਥੇ ਸੀ। ਖਾਨਵਾਲ ਦੂਸਰ ਕੋ ਨਾਮ। ਤੇ ਦੂਸਰਾ ਖਾਨੇਵਾਲ, ਇਹ ਦੂਸਰੇ ਪਿੰਡ ਦਾ ਨਾਮ ਹੈ, ਇਹ ਦੂਜਾ ਪਿੰਡ ਉੱਥੇ ਸੀ। ਇਨ ਤੇ ਆਦਿ ਗ੍ਰਾਮ ਜੀ ਔਰ। ਤੇ ਇਸ ਪਿੰਡਾਂ ਦੇ ਨਾਲ ਨਾਲ ਜਿਹੜੇ ਹੋਰ ਨਗਰ ਲੱਗਦੇ ਸਨ, ਲਰਦ ਪਰਸਪਰ ਰਹਿਤ ਸਠੌਰ। ਇਹ ਲੋਕ ਉੱਥੇ ਰਹਿੰਦੇ ਸੀ ਤੇ ਆਪਸ ਵਿੱਚ ਬਹੁਤ ਝਗੜਦੇ ਸਨ। ਬਹੁ ਨਰ ਮਰਹਿ ਪਰਹਿ ਸੰਗਰਾਮ। ਝਗੜੇ ਦੇ ਵਿੱਚ ਬਹੁਤ ਲੋਕਾਂ ਦੀ ਮੌਤ ਵੀ ਹੁੰਦੀ ਸੀ। ਕਰਤੇ ਦਵੈਖ ਜਾਹੇ ਜਮ ਧਾਮ। ਈਰਖਾ ਵਿੱਚ ਲੜ ਲੜ ਕੇ ਮਰਦੇ ਸੀ ਤੇ ਜਿਹੜਾ ਈਰਖਾ ਰੱਖ ਕੇ ਮਰਿਆ ਉਹ ਤਾਂ ਜਮਾਂ ਦੇ ਘਰਾਂ ਨੂੰ ਹੀ ਜਾਵੇਗਾ ਨਾ, ਕਿਉਂਕਿ ਉਹ ਸੂਰਮਾ ਜਿਹੜਾ ਉਹਦੀ ਕਲਿਆਣ ਹੁੰਦੀ ਹੈ ਜਿਹੜਾ ਧਰਮ ਲਈ ਆਪਾ ਵਾਰਦਾ ਹੈ। ਇਸ ਲਈ ਆਪਣੇ ਸਵਾਰਥ ਲਈ ਤਾਂ ਸਾਰੇ ਲੋਕ ਲੜ ਰਹੇ, ਪਰ ਧਰਮ ਲਈ ਮਨੁੱਖਤਾ ਦੇ ਭਲੇ ਵਾਸਤੇ ਕੋਈ ਵਿਰਲਾ ਹੀ ਹੈ ਜਿਹੜਾ ਵੀਰ ਗਤੀ ਨੂੰ ਪ੍ਰਾਪਤ ਹੁੰਦਾ ਹੈ। ਫਿਰ ਉਸ ਦੇ ਸੋਹਲੇ ਸੰਸਾਰ ਵਿੱਚ ਵੀ ਗਾਏ ਜਾਂਦੇ ਨੇ, ਪਰ ਲੋਕ ਵਿੱਚ ਵੀ ਉਹਨਾਂ ਦਾ ਸਤਿਕਾਰ ਹੁੰਦਾ ਹੈ। ਜਿਹੜੇ ਲੋਕ ਆਪਣੇ ਸਵਾਰਥ ਲਈ ਮਰਦੇ ਦੇਖੇ ਨੇ, ਉਹਨਾਂ ਦਾ ਜਸ ਤੇ ਕਦੇ ਕਿਸੇ ਧਰਮ ਸਥਾਨ 'ਤੇ ਆਪਾਂ ਹੁੰਦਾ ਨਹੀਂ ਸੁਣਿਆ ਨਾ, ਉਹਨਾਂ ਦਾ ਹੀ ਜਸ ਹੁੰਦਾ। ਵਾਰਾਂ ਵੀ ਉਹਨਾਂ ਦੀਆਂ ਗਾਈਆਂ ਜਾਂਦੀਆਂ ਜਿਹੜੇ ਧਰਮ ਖਾਤਰ, ਮਨੁੱਖਤਾ ਦੇ ਭਲੇ ਖਾਤਰ, ਸੰਸਾਰ ਦੇ ਭਲੇ ਖਾਤਰ ਆਪਾਂ ਵਾਰ ਜਾਂਦੇ ਨੇ। ਉਹਨਾਂ ਨੂੰ ਕਿਹਾ ਹੈ ਗੁਰੂ ਸਾਹਿਬ ਜੀ ਨੇ, ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ। ਜਿਹੜਾ ਧਰਮ ਖਾਤਰ, ਕਿਸੇ ਗਰੀਬ ਦੀ ਇੱਜ਼ਤ ਦੇ ਖਾਤਰ, ਉਹਦੀ ਰੱਖਿਆ ਖਾਤਰ ਲੜਦਾ ਹੈ, ਫਿਰ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਪਰ ਇਹ ਲੋਕ ਈਰਖਾ ਰੱਖ ਕੇ ਇੱਕ ਦੂਜੇ ਦੇ ਨਾਲ ਐਵੇਂ ਫਜ਼ੂਲ ਵਿੱਚ ਮਨੁੱਖ ਈਰਖਾ ਕਰੀ ਜਾਂਦਾ ਹੈ। ਈਰਖਾ ਹੈ ਕਿ ਜੋ ਕੁਝ ਆਪਣੇ ਕੋਲ ਹੈ ਉਹ ਲੈ ਕੇ ਸਬਰ ਨਹੀਂ ਕਰਨਾ, ਦੂਜੇ ਦਾ ਦੇਖ ਦੇਖ ਕੇ ਅੰਦਰ ਸੜੀ ਜਾਣਾ ਕਿ ਇਹਨੇ ਇੰਨਾ ਕੁਝ ਕਿਸ ਤਰ੍ਹਾਂ ਬਣਾ ਲਿਆ, ਇਹਦੇ ਕੋਲ ਇੰਨਾ ਕੁਝ ਕਿਸ ਤਰ੍ਹਾਂ ਆ ਗਿਆ। ਇਹ ਮਨ ਵਿੱਚ ਈਰਖਾ ਜਨਮ ਲੈਂਦੀ ਹੈ ਤੇ ਫਿਰ ਬੰਦਾ ਈਰਖਾ ਵਸ ਹੋਇਆ, ਨਾ ਵੀ ਕਿਸੇ ਦੇ ਨਾਲ ਕੋਈ ਲੈਣ ਦੇਣ ਹੋਵੇ, ਅਕਾਰਨ ਹੀ ਵੈਰ ਰੱਖਦਾ ਤੇ ਫਿਰ ਉਹ ਵੈਰ ਝਗੜੇ ਦਾ ਕਾਰਨ ਬਣਦਾ ਹੈ। ਆਉਂਦਿਆਂ ਜਾਂਦਿਆਂ ਬੰਦੇ ਦਾ ਇੱਕ ਦੂਜੇ ਵੱਲ ਦੇਖ ਹੀ ਲਿਆ ਤੇ ਫਿਰ ਇੱਕ ਦੂਜੇ ਦੇ ਨਾਲ ਕੋਈ ਵਾਦ ਕਾਟ ਹੋਈ ਤੇ ਉਹ ਝਗੜੇ ਦਾ ਕਾਰਨ ਬਣਿਆ। ਫਿਰ ਈਰਖਾ ਵਸ ਹੋ ਕੇ ਜਿਹੜਾ ਮਰਿਆ ਉਹ ਫਿਰ ਜਮਾਂ ਦੇ ਧਾਮ ਨੂੰ ਹੀ ਜਾਂਦਾ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਵੱਡੇ ਪਰਉਪਕਾਰੀ ਹਨ। ਮਹਾਰਾਜ ਆਏ ਹੀ ਭਲਾ ਕਰਨ ਵਾਸਤੇ ਨੇ ਜੀਵਾਂ ਦਾ। ਇੱਥੇ ਦੇਖਿਆ ਸਤਿਗੁਰਾਂ ਨੇ ਕਿ ਵੱਡੇ ਦੋ ਨਗਰ ਨੇ, ਇਹ ਆਪਸ ਵਿੱਚ ਲੋਕ ਲੜਦੇ ਨੇ, ਈਰਖਾ ਕਾਰਨ ਮਰਦੇ ਨੇ, ਜਮਾਂ ਦੇ ਧਾਮ ਘਰਾਂ ਨੂੰ ਜਾ ਰਹੇ ਹਨ। ਤਿਨ ਕੋ ਮਹਾ ਬਿਲੋਕਿਓ ਝੇਰਾ। ਇਹਨਾਂ ਦਾ ਵੱਡਾ ਝਗੜਾ ਸਤਿਗੁਰੂ ਜੀ ਨੇ ਦੇਖਿਆ ਹੈ। ਸ੍ਰੀ ਗੁਰੂ ਅਰਜਨ ਕੀ ਨਸ ਡੇਰਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ, ਮਹਾਰਾਜ ਜੀ ਨੇ ਜਿੱਥੇ ਅੱਜ ਤਰਨ ਤਾਰਨ ਅਸਥਾਨ ਹੈ, ਇੱਥੇ ਸਤਿਗੁਰਾਂ ਨੇ ਆਪਣਾ ਡੇਰਾ ਕੀਤਾ ਹੈ। ਅਗਲੇ ਦਿਨ ਗ੍ਰਾਮੀਣ ਹਕਾਰੇ। ਅਗਲੇ ਦਿਨ ਸਤਿਗੁਰਾਂ ਨੇ ਜਿਹੜੇ ਜ਼ਿਮੀਂਦਾਰ ਨੇੜਲੇ ਸਨ, ਨਗਰ ਦੇ ਲੋਕ, ਉਹ ਸੱਦ ਲਏ ਹਨ। ਲਰਨ ਵਿਖਿਆ ਬਹੁ ਦੋਸ਼ ਉਚਾਰੇ। ਸਤਿਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ, ਪਿਆਰਿਓ ਐਵੇਂ ਈਰਖਾਵਸ ਹੋ ਕੇ ਇੱਕ ਦੂਜੇ ਨਾਲ ਲੜ ਰਹੇ ਹੋ, ਸਮਝੋ ਤਾਂ ਸਹੀ ਹੈ ਮਨੁੱਖਾ ਜਨਮ ਮਿਲਿਆ ਕਾਹਦੇ ਵਾਸਤੇ ਹੈ। ਭਾਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਭਜੋ ਗੋਬਿੰਦ ਭੂਲ ਮਤ ਜਾਹੋ। ਜਿਹੜਾ ਕੰਮ ਕਰਨ ਆਏ ਸੀ ਉਹ ਤਾਂ ਭੁੱਲ ਹੀ ਗਏ। ਮਾਨਸ ਜਨਮ ਕਾਏ ਹੀ ਲਾਹੋ। ਮਨੁੱਖਾ ਜਨਮ ਦਾ ਤੇ ਲਾਹਾ ਇਹੋ ਹੀ ਹੈ ਕਿ ਭਜਨ ਕਰਕੇ, ਸਿਮਰਨ ਕਰਕੇ ਇਹਨੂੰ ਸਫਲਾ ਕਰ ਲਈ, ਹਰ ਸਾਹ ਉਹਦੇ ਲੇਖੇ ਵਿੱਚ ਲੱਗੇ ਤੇ ਉਹਦੀ ਸਫਲਤਾ ਹੋ ਜਾਵੇ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਬੁਲਾਇਆ। ਮਹਾਰਾਜ ਕਹਿੰਦੇ ਐਵੇਂ ਈਰਖਾਵਸ ਹੋ ਕੇ ਮਨੁੱਖ ਦਾ ਵੈਰੀ ਬਣਿਆ ਫਿਰਦਾ ਹੈ, ਇਹਦੇ ਵਿੱਚ ਬਹੁਤ ਦੋਸ਼ ਹਨ, ਬਹੁਤ ਵੱਡਾ ਗੁਨਾਹ ਹੈ ਕਿ ਬਿਨਾਂ ਕਾਰਨ ਤੋਂ ਹੀ ਤੁਸੀਂ ਇੱਕ ਦੂਜੇ ਨਾਲ ਲੜ ਰਹੇ ਹੋ। ਇੱਕ ਤਾਂ ਤੁਮਰੀ ਮਿਟਹਿ ਲੜਾਈ। ਇੱਕ ਤਾਂ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ, ਜੇ ਸਾਡਾ ਤੁਸੀਂ ਬਚਨ ਮੰਨੋ
ਤੇ ਇੱਕ ਤਾਂ ਤੁਹਾਡੀ ਆਪਣੀ ਲੜਾਈ ਮਿਟੇਗੀ, ਦੁਤੀਏ ਧਨ ਲੇਵੋ ਮਨ ਭਾਈ, ਦੂਜਾ ਤੁਹਾਨੂੰ ਇਸ ਇਲਾਕੇ ਦਾ ਜ਼ਮੀਨਾਂ ਦਾ ਬਹੁਤਾ ਧਨ ਅਸੀਂ ਦਵਾਂਗੇ, ਤ੍ਰਿਤੀਏ ਗੁਰ ਕੋ ਕਾਰਜ ਇਹਾਂ, ਤੀਜਾ ਗੁਰੂ ਘਰ ਦਾ ਬਹੁਤ ਵੱਡਾ ਇੱਥੇ ਕਾਰਜ ਹੈ, ਚਤੁਰਥ ਨਰ ਪ੍ਰਾਪਤ ਫਲ ਮਹਾ, ਚੌਥਾ ਇੱਥੇ ਮਨੁੱਖਾਂ ਨੂੰ ਬਹੁਤ ਵੱਡਾ ਫਲ ਪ੍ਰਾਪਤ ਹੋਵੇਗਾ। ਇਹੋ ਭੂਮਿਕਾ ਗੁਰ ਘਰ ਕੋ ਆਬ, ਇਹ ਜਿਹੜੀ ਧਰਤੀ ਹੈ, ਇਹ ਜ਼ਮੀਨ, ਇਹ ਗੁਰੂ ਘਰ ਨੂੰ ਤੁਸੀਂ ਦੇਵੋ, ਦਰਬ ਮੋਲ ਤੇ ਲਿਹ ਦੁਗਣਾ ਲੱਭ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਵੀ ਨਗਰ ਵਸਾਇਆ ਹੈ ਨਾ ਸਾਧ ਸੰਗਤ ਜੀ, ਇਹ ਨਹੀਂ ਕਿ ਸਤਿਗੁਰਾਂ ਨੇ ਉੱਥੇ ਸਿੱਖਾਂ ਨੂੰ ਲਿਜਾ ਕੇ ਤੇ ਡੇਰਾ ਕਰ ਲਿਆ ਤੇ ਉਹ ਜ਼ਮੀਨ ਆਪਣੇ ਕਬਜ਼ੇ 'ਚ ਲੈ ਲਈ, ਇਸ ਤਰ੍ਹਾਂ ਨਹੀਂ। ਇਤਿਹਾਸ ਤੁਸੀਂ ਪੜ੍ਹੋ, ਜਿਹੜਾ ਵੀ ਧਾਮ, ਜਿਹੜਾ ਵੀ ਤੀਰਥ ਸਤਿਗੁਰਾਂ ਨੇ ਵਰਸਾਇਆ ਹੈ, ਉਹ ਜ਼ਮੀਨ ਪਹਿਲਾਂ ਸਤਿਗੁਰਾਂ ਨੇ ਮੁੱਲ ਖਰੀਦੀ। ਭਾਵੇਂ ਆਪ ਜੀ ਆਨੰਦਪੁਰ ਵਾਲੀ ਜ਼ਮੀਨ ਦੇਖ ਲਓ, ਕਰਤਾਰਪੁਰ ਵਾਲੀ, ਕੀਰਤਪੁਰ ਵਾਲੀ ਦੇਖ ਲਈਏ, ਇਸੇ ਤਰ੍ਹਾਂ ਸਾਧ ਸੰਗਤ ਜੀ ਆ ਜਿਹੜਾ ਤਰਨਤਾਰਨ ਸਾਹਿਬ ਸਥਾਨ ਵਸਾਇਆ ਹੈ, ਸਤਿਗੁਰੂ ਜੀ ਨੇ ਕਿਹਾ ਜ਼ਮੀਨ ਤੁਸੀਂ ਗੁਰੂ ਘਰ ਨੂੰ ਦਿਓ ਤੇ ਉਸ ਦਾ ਤੁਸੀਂ ਚੰਗਾ ਮੁੱਲ ਪ੍ਰਾਪਤ ਕਰੋ। ਖਾਨਵਾਲ ਕੇ ਖੱਤਰੀ ਜਾਤ, ਖਾਨੇਵਾਲ ਜਿਹੜਾ ਪਿੰਡ ਸੀ, ਇਸ ਪਿੰਡ ਵਿੱਚ, ਨਗਰ ਵਿੱਚ ਖੱਤਰੀ ਜਾਤੀ ਦੇ ਲੋਕ ਰਹਿੰਦੇ ਸਨ। ਪਲਾਸੂਰ ਰੰਗਰ ਬਖਿਆਤ, ਜਿਹੜਾ ਪਲਾਸੌਰ ਨਗਰ ਹੈ, ਤੇ ਇਸ ਨਗਰ ਵਿੱਚ, ਪਿੰਡ ਦੇ ਵਿੱਚ ਰੰਗੜ ਜਾਤੀ ਦੇ ਲੋਕ ਜ਼ਿਆਦੇ ਪ੍ਰਗਟ ਸਨ। ਮਿਟੈ ਕਲਹਿ ਸਭ ਨੇ ਮਨ ਜਾਣਿਓ, ਗੁਰੂ ਸਾਹਿਬ ਜੀ ਦਾ ਬਚਨ ਸੁਣ ਕੇ ਸਾਰਿਆਂ ਨੇ ਮਨ ਵਿੱਚ ਵਿਚਾਰਿਆ ਕਿ ਜੇ ਇਹ ਜ਼ਮੀਨਾਂ ਦਾ ਹੀ ਝਗੜਾ ਹੈ ਤੇ ਆਪਾਂ ਗੁਰੂ ਸਾਹਿਬ ਜੀ ਦਾ ਬਚਨ ਮੰਨ ਹੀ ਲਈਏ। ਇਹ ਬੋ ਸ੍ਰੀ ਅਰਜਨ ਕੋ ਮਾਨਿਓ, ਜੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਸੀ ਇਹਨਾਂ ਨੇ ਮੰਨ ਲਿਆ। ਦੀਏ ਰਜਤ ਪਨ ਲਾਸ਼ ਪ੍ਰਕਾਸ਼, ਚਾਂਦੀ ਦੇ ਜਿਹੜੇ ਚਮਕਦੇ ਹੋਏ ਰੁਪਈਏ ਸਤਿਗੁਰਾਂ ਨੇ ਇਹਨਾਂ ਨੂੰ ਦਿੱਤੇ ਹਨ। ਅਧਿਕ ਸਹੰਸਰ ਸਬਤ 50, ਤੇ ਕਿੰਨੀ ਰਕਮ ਦਿੱਤੀ ਹੈ? 1,57,000 ਰੁਪਈਆ ਜਿਹੜਾ ਸੀ ਉਹ ਸਤਿਗੁਰੂ ਜੀ ਨੇ ਇਸ ਜ਼ਮੀਨ ਦਾ ਮੁੱਲ ਤਾਰਿਆ, ਜਿੱਥੇ ਤਰਨਤਾਰਨ ਸਾਹਿਬ ਨਗਰ ਵਸਾਇਆ। ਆਪਾਂ ਸਭ ਤੋਂ ਵੱਡਾ ਸਿੱਖ ਧਰਮ ਦਾ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇੱਥੇ ਆਉਨੇ। ਇਹ ਅਸਥਾਨ ਜਿਹੜਾ ਨਗਰ ਸੀ, ਸਤਿਗੁਰਾਂ ਨੇ ਸੋਢੀ ਸੁਲਤਾਨ ਪਿਤਾ ਗੁਰੂ ਰਾਮਦਾਸ ਜੀ ਨੇ 3 ਪਿੰਡਾਂ ਵਾਲਿਆਂ ਤੋਂ ਇਹ ਜ਼ਮੀਨ ਮੁੱਲ ਖਰੀਦੀ ਸੀ। ਅੱਜ ਭਾਵੇਂ ਕਈ ਲੋਕ ਆ ਨੇੜਲੇ ਜਿੱਥੇ ਕਬਜ਼ੇ ਕਰਕੇ ਇੱਥੋਂ ਤੱਕ ਹਕੂਮਤ ਵੀ ਕਹਿੰਦੀ ਹੈ ਕਿ ਸਾਡਾ ਕਬਜ਼ਾ ਹੈ, ਪਰ ਤੁਸੀਂ ਪੁਰਾਣੀ ਲਿਖਤਾਂ ਦੇਖੋ, ਇਤਿਹਾਸ ਪੜ੍ਹ ਕੇ ਦੇਖੋ, ਇਹ ਸਾਰੀ ਜ਼ਮੀਨ ਗੁਰੂ ਰਾਮਦਾਸ ਜੀ ਨੇ ਮੁੱਲ ਖਰੀਦੀ। ਬੈਠਾ ਸੋਢੀ ਪਾਤਸ਼ਾਹੋ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਇਸੇ ਤਰ੍ਹਾਂ ਜਿਹੜਾ ਤਰਨ ਤਾਰਨ ਵਾਲਾ ਇਲਾਕਾ ਹੈ, ਇਹ ਸਾਰਾ ਸਤਿਗੁਰੂ ਜੀ ਨੇ, ਜਿੱਥੇ ਅੱਜ ਅਸਥਾਨ ਮੌਜੂਦ ਹੈ, ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ 1,57,000 ਰੁਪਈਆ ਇਹਦਾ ਮੁੱਲ ਤਾਰਿਆ ਹੈ। ਲਈ ਭੂਮਿਕਾ ਮੋਲ ਕਨੇਰੀ, ਇਹ ਬਹੁਤੀ ਜਿਹੜੀ ਜ਼ਮੀਨ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਡੇ ਭਲੇ ਵਾਸਤੇ, ਸਾਡੀ ਕਲਿਆਣ ਵਾਸਤੇ, ਕਿ ਇੱਥੇ ਸ਼ਬਦ ਦਾ ਪ੍ਰਵਾਹ ਚੱਲੇ, ਅਨੇਕਾਂ ਦੇ ਦੁੱਖ ਦੂਰ ਹੋਣਗੇ, ਨਾਮ ਵੀ ਤਰਨ ਤਾਰਨ ਰੱਖਿਆ ਹੈ। ਮਹਾਰਾਜ ਜੀ ਨੇ ਮਨੁੱਖਾਂ ਨੂੰ ਤਾਰਨ ਵਾਸਤੇ ਇਹ ਵੱਡਾ ਤਰਨ ਜਹਾਜ਼ ਬਣਾਇਆ ਹੈ, ਕਿਉਂਕਿ ਜਹਾਜ਼ ਦੇ ਉੱਤੇ ਸਵਾਰ ਹੋ ਕੇ ਜੀਵ ਜਿਹੜਾ ਹੈ ਉਹ ਸਮੁੰਦਰ ਨੂੰ, ਭਵ ਸਾਗਰ ਨੂੰ, ਸਮੁੰਦਰ ਨੂੰ ਪਾਰ ਕਰਦਾ ਹੈ। ਇਸੇ ਤਰ੍ਹਾਂ ਜਿਹੜਾ ਸ਼ਬਦ ਦੇ ਜਹਾਜ਼ ਵਿੱਚ ਸਵਾਰ ਹੋਵੇਗਾ, ਉਹ ਇਸ ਭਵ ਸਾਗਰ ਨੂੰ ਪਾਰ ਕਰ ਜਾਵੇਗਾ, ਉਹ ਇਸ ਸੰਸਾਰ ਤੋਂ ਤਰ ਜਾਵੇਗਾ। ਤੇ ਜੀਵਾਂ ਦੇ ਭਲੇ ਵਾਸਤੇ, ਉਹਨਾਂ ਨੂੰ ਤਾਰਨ ਵਾਸਤੇ ਗੁਰੂ ਸਾਹਿਬ ਜੀ ਨੇ ਤਰਨ ਦਿੱਤਾ ਹੈ, ਜਹਾਜ਼ ਦਿੱਤਾ ਹੈ। ਇਸ ਲਈ ਮਹਾਰਾਜ ਨੇ ਨਾਮ ਇਸ ਦਾ ਤਰਨ ਤਾਰਨ ਰੱਖਿਆ। ਇਹ ਜ਼ਮੀਨ ਜਿਹੜੀ ਸੀ 1,57,000 ਦੀ ਮੁੱਲ ਖਰੀਦੀ ਹੈ। ਦੀਨਸ ਦਰਬ ਬ੍ਰਿੰਦ ਤਿਸ ਬੇਰੀ, ਬਹੁਤਾ ਧਨ ਜਿਹੜਾ ਸੀ ਇਹ ਜ਼ਿਮੀਂਦਾਰਾਂ ਨੂੰ ਦਿੱਤਾ ਹੈ। ਰਹਿਣ ਲਗੇ ਸ੍ਰੀ ਗੁਰ ਤਿਸ ਪਾਥਾਨ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਸਤਿਗੁਰਾਂ ਨੇ ਫਿਰ ਕੁਝ ਸਮਾਂ ਆਪਣਾ ਨਿਵਾਸ ਰੱਖਿਆ। ਚਿਤਵੈ ਪਰ ਉਪਕਾਰ ਮਹਾਨ, ਚਾਹੁੰਦੇ ਹਨ ਸਤਿਗੁਰੂ ਜੀ ਵੱਡਾ ਪਰਉਪਕਾਰ ਸਿੱਖਾਂ ਤੇ ਕਰਨਾ, ਜੀਵਾਂ ਤੇ ਕਰਨਾ। ਜਿਮ ਸੂਰਜ ਸਭ ਹਿਣ ਸੁਖ ਦੇਤ, ਜਿਸ ਤਰ੍ਹਾਂ ਸੂਰਜ ਦਾ ਸੁਭਾਅ ਹੈ, ਜਦੋਂ ਚਾਨਣ ਹੁੰਦਾ ਹੈ ਤੇ ਚਾਨਣ ਦੇ ਨਾਲ ਸਾਰੇ ਸੁਖੀ ਹੋ ਜਾਂਦੇ ਨੇ। ਸੂਰਜ ਸਾਰਿਆਂ ਨੂੰ ਸੁੱਖ ਦਿੰਦਾ ਹੈ। ਕਿਉਂ? ਜੇ ਸੂਰਜ ਨਾ ਨਿਕਲੇ ਤੇ ਕਿੰਨੇ ਕੰਮ ਰੁਕ ਜਾਂਦੇ ਨੇ। ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ ਕੰਮ ਜਿਹੜਾ ਹੈ ਉਹ ਸੂਰਜ ਦੀਆਂ ਕਿਰਨਾਂ ਦੇ ਨਾਲ ਚੱਲ ਰਿਹਾ ਹੈ। ਜਿਸ ਤਰ੍ਹਾਂ ਸੂਰਜ ਸਾਰੇ ਜੀਵਾਂ ਨੂੰ ਸੁੱਖ ਦਿੰਦਾ ਹੈ। ਦੁਖਦ ਅੰਧੇਰਾ ਜਗ ਹਰ ਲੇਤ, ਸਭ ਤੋਂ ਵੱਡਾ ਦੁੱਖ ਕੀ ਹੈ ਜੀ? ਉਹ ਹਨੇਰਾ ਹੈ। ਤੇ ਜਦੋਂ ਸੂਰਜ ਚੜ੍ਹਦਾ ਹੈ, ਸੂਰਜ ਦੀ ਕਿਰਨਾਂ ਹਨੇਰੇ ਨੂੰ ਦੂਰ ਕਰ ਦਿੰਦੀਆਂ। ਇਹ ਜੀਵਾਂ ਲਈ ਸਭ ਤੋਂ ਵੱਡਾ ਸੁੱਖ ਹੈ। ਇਸੇ ਤਰ੍ਹਾਂ ਸਾਡੇ ਜੀਵਨ ਵਿੱਚ ਦੁੱਖ ਕੀ ਹੈ ਜੀ? ਕਿਉਂ ਦੁਖੀ ਹੋ ਰਿਹਾ ਜੀਵ? ਅਗਿਆਨਤਾ ਦੇ ਹਨੇਰੇ ਕਰਕੇ।
ਤੇ ਪੂਰਾ ਗੁਰੂ ਕੀ ਕਰਦਾ ਹੈ? ਸਤਿਗੁਰੂ ਤਾਂ ਹੈ ਸੂਰਜ ਦੀ ਤਰ੍ਹਾਂ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਦੋਂ ਪੂਰਾ ਸਤਿਗੁਰੂ ਸੂਰਜ ਦੀ ਤਰ੍ਹਾਂ ਪ੍ਰਗਟ ਹੋਇਆ ਤੇ ਗੁਰੂ ਦੇ ਉਪਦੇਸ਼ ਬਚਨ ਹਨ ਕਿਰਨਾਂ ਦੀ ਤਰ੍ਹਾਂ, ਤੇ ਸਾਡੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦੀਆਂ ਨੇ। ਤੇ ਦੁੱਖ ਹੀ ਸਭ ਤੋਂ ਵੱਡਾ ਗਿਆਨਤਾ ਦਾ ਹਨੇਰਾ ਹੈ। ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਿਸ ਤਰ੍ਹਾਂ ਚੜ੍ਹਿਆ ਸੂਰਜ ਸਾਰਿਆਂ ਨੂੰ ਸੁੱਖ ਦਿੰਦਾ ਹੈ, ਹਨੇਰਾ ਰੂਪੀ ਦੁੱਖ ਦੂਰ ਕਰਦਾ ਹੈ। ਜਥਾ ਚੰਦਰਮਾ ਨਿਜ ਕਰ ਕਰਕੇ, ਜਿਸ ਤਰ੍ਹਾਂ ਚੰਦਰਮਾ, ਉਹਦੇ ਵਿੱਚ ਵੀ ਕਲਾ ਹੈ, ਚੰਦਰਮਾ ਵਿੱਚ ਆਪਣਾ ਸੁੱਖ ਹੈ। ਜਿਸ ਤਰ੍ਹਾਂ ਚੰਦਰਮਾ ਦੀਆਂ ਕਿਰਨਾਂ ਸੁੱਖ ਦਿੰਦੀਆਂ ਹਨ, ਸਭ ਔਸ਼ਧ ਮੈਂ ਰਸ ਕੋ ਭਰ ਕੇ। ਤੇ ਚੰਦਰਮਾ ਦੀਆਂ ਕਿਰਨਾਂ ਜਿਹੜੀਆਂ ਨੇ ਇਹ ਔਸ਼ਧੀਆਂ ਨੂੰ, ਆ ਜਿਹੜੀਆਂ ਜੜੀਆਂ ਬੂਟੀਆਂ ਨੇ, ਇਹਨਾਂ ਨੂੰ ਚੰਦਰਮਾ ਦੀਆਂ ਕਿਰਨਾਂ ਇਹਨਾਂ ਵਿੱਚ ਰਸ ਭਰਦੀਆਂ। ਪੁਰਾਣੇ ਸਮਿਆਂ ਵਿੱਚ ਅੱਜ ਵੀ ਦੇਖ ਲਈਏ ਬਹੁਤੀਆਂ ਜੜੀਆਂ ਬੂਟੀਆਂ ਰਾਹੀਂ ਦਵਾਈਆਂ ਤਿਆਰ ਹੁੰਦੀਆਂ। ਉਹ ਜੜੀਆਂ ਬੂਟੀਆਂ ਵੀ ਜਿਹੜੀਆਂ ਨੇ ਉਹ ਤਾਂ ਫਲਦੀਆਂ ਨੇ ਜਦੋਂ ਚੰਦਰਮਾ ਦੀਆਂ ਕਿਰਨਾਂ ਉਹਨਾਂ ਵਿੱਚ ਰਸ ਭਰਦੀਆਂ ਹਨ। ਜਿਸ ਤਰ੍ਹਾਂ ਚੰਦਰਮਾ ਦੀਆਂ ਕਿਰਨਾਂ ਸੁੱਖ ਦਿੰਦੀਆਂ ਹਨ, ਜਿਸ ਤੇ ਜੀਵ ਤ੍ਰਿਪਤ ਜਗ ਹੋਏ। ਹਾਂ, ਤੇ ਇਸੇ ਤਰ੍ਹਾਂ ਉਹ ਔਸ਼ਧੀ ਵਿੱਚ ਰਸ ਭਰਿਆ ਜਾਂਦਾ ਹੈ, ਜਿਸ ਕਰਕੇ ਜੀਵ ਤ੍ਰਿਪਤ ਹੁੰਦਾ ਹੈ। ਤਥਾ ਕਰਹਿ ਗੁਰ ਹਿਤ ਸਭ ਕੋਏ। ਇਸ ਤਰ੍ਹਾਂ ਗੁਰੂ ਸਾਹਿਬ ਜੀ ਸਾਰਿਆਂ ਦਾ ਭਲਾ ਕਰ ਰਹੇ ਨੇ। ਸੂਰਜ ਦੀ ਤਰ੍ਹਾਂ ਗਿਆਨ ਦੀਆਂ ਕਿਰਨਾਂ ਦੇ ਕੇ ਅਗਿਆਨਤਾ ਦਾ ਹਨੇਰਾ ਕੱਟ ਰਹੇ ਨੇ। ਚੰਦਰਮਾ ਦੀ ਤਰ੍ਹਾਂ ਸਤਿਗੁਰੂ ਜੀ ਸਾਰੇ ਜੀਵਾਂ ਦੇ ਹਿਰਦੇ ਵਿੱਚ ਠੰਡਕ ਭਰ ਰਹੇ ਹਨ। ਇਸੇ ਤਰ੍ਹਾਂ ਸਤਿਗੁਰੂ ਸਾਰਿਆਂ ਦਾ ਭਲਾ ਕਰਦੇ ਹਨ। ਤਾਲ ਤਰਨ ਤਾਰਨ ਚਹਿਲਾਇਓ। ਸਤਿਗੁਰੂ ਜੀ ਚਾਹੁੰਦੇ ਹਨ ਕਿ ਇੱਥੇ ਤਾਲ ਨਾਮ ਸਰੋਵਰ ਦਾ ਹੈ, ਤਰਨ ਤਾਰਨ ਦਾ ਵੱਡਾ ਸਰੋਵਰ ਇੱਥੇ ਬਣਾਈਏ। ਸਗਲ ਮਸੰਦਨ ਸਾਥ ਬਤਾਇਓ। ਜਿਹੜੇ ਮਸੰਦ ਸਿੱਖ ਸਨ ਉਹਨਾਂ ਨੂੰ ਬੁਲਾ ਕੇ ਸਤਿਗੁਰੂ ਜੀ ਨੇ ਦੱਸਿਆ ਹੈ। ਲਗੇ ਕਰਾਵਨ ਬਹੁ ਬਿਦ ਤਿਆਰੀ। ਉਹ ਜਿਹੜੇ ਮਸੰਦ ਸਨ ਉਹ ਸਾਰੇ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਤੇ ਸਰੋਵਰ ਦੀ ਤਿਆਰੀ ਕਰਾਉਣ ਵਾਸਤੇ ਸਮਾਨ ਜਿਹੜਾ ਸੀ ਤਿਆਰ ਕਰਨ ਲੱਗੇ ਨੇ। ਲਗੇ ਮਜ਼ਦੂਰ ਕਰੇ ਗਨਕਾਰੀ। ਤੇ ਜਿਹੜੇ ਮਜ਼ਦੂਰ ਸਨ, ਚੰਗੇ ਕਾਰੀਗਰ ਜਿਹੜੇ ਸਨ ਉਹ ਬੁਲਾ ਲਏ ਹਨ। ਚੂਨਾ ਅਧਿਕ ਈਟ ਕਾ ਹੇਤ। ਬਹੁਤਾ ਚੂਨਾ ਤੇ ਬਹੁਤੀਆਂ ਇੱਟਾਂ ਵਾਸਤੇ ਸ੍ਰੀ ਅਰਜਨ ਜੀ ਗਣ ਧਨ ਦੇਤ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਧਨ ਦਿੱਤਾ ਹੈ। ਪੁਨੈ ਖਨਨ ਹਿਤ ਕਰਨ ਮਹੂਰਤ। ਫਿਰ ਮਹੂਰਤ ਕਰਨ ਵਾਸਤੇ, ਹੁਣ ਮਹੂਰਤ ਜਿਹੜਾ ਤੇ ਸਾਧ ਸੰਗਤ ਜੀ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ ਨਾ, ਇਹ ਮਹੂਰਤ ਗੁਰੂ ਚਰਨਾਂ ਵਿੱਚ ਅਰਦਾਸ ਹੀ ਹੈ। ਜਦੋਂ ਵੀ ਕੋਈ ਸਿੱਖ ਆਪਣਾ ਕਾਰ ਵਿਵਹਾਰ ਕਰਦਾ ਹੈ, ਆਰੰਭ ਕਰਦਾ ਹੈ, ਉਸ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ। ਤੇ ਹੋਰ ਮਤਾਂ ਵਾਲੇ ਕੋਈ ਸਾਹੇ ਕਢਾਉਂਦਾ ਹੈ, ਜਿਹੜਾ ਹੈ ਕੋਈ ਨਾ ਕੋਈ ਜਿਹੜੀ ਤਰੀਕ ਕਢਾਉਂਦਾ ਹੈ, ਤੇ ਸਾਨੂੰ ਉਸ ਤਰੀਕ ਅਨੁਸਾਰ ਦੱਸੋ ਕਿ ਅਸੀਂ ਕਦੋਂ ਕੋਈ ਆਪਣਾ ਕਾਰਜ ਆਰੰਭ ਕਰੀਏ। ਪਰ ਜਿਹੜਾ ਗੁਰੂ ਕਾ ਸਿੱਖ ਹੈ ਨਾ, ਇਹ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ, ਦੋਵੇਂ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਜੋੜਦੜੀ ਬੇਨਤੀ ਕਰਦਾ ਹੈ, ਜਿਸ ਕਾ ਕਾਰਜ ਤਿਨਿ ਹੀ ਕੀਆ ਮਾਨਸ ਕਿਆ ਵਿਚਾਰਾ ਰਾ। ਜਦੋਂ ਵੀ ਕੋਈ ਆਪਾਂ ਕਾਰ ਆਰੰਭ ਕਰੀਏ, ਭਾਵੇਂ ਕੋਈ ਘਰ ਦੀ ਜਾਂ ਕਾਰੋਬਾਰ ਦੀ, ਉਸ ਵੇਲੇ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੀ ਇਹ ਹੈ ਕਿ ਚੰਗੇ ਮਾੜੇ ਦਿਨ ਦੀ ਵਿਚਾਰ ਨਹੀਂ ਕਰਨੀ। ਜਿਹੜਾ ਦਿਨ ਸੋ ਨਿਯਤ ਕੀਤਾ ਜਾਵੇ ਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਉਦੋਂ ਹੀ ਕਾਰਜ ਆਰੰਭਿਆ ਜਾਵੇ। ਤੇ ਹੋ ਸਕੇ ਕੜਾ ਪ੍ਰਸ਼ਾਦ ਦੀ ਦੇਗ ਆਪਾਂ ਨਾਲ ਬਣਾਈਏ ਤੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕੀਤੀ ਜਾਵੇ, ਤੇ ਉਹ ਕਾਰਜ ਜਿਹੜੇ ਹਨ ਗੁਰੂ ਦੀ ਕਿਰਪਾ ਦੇ ਨਾਲ ਸਫਲੇ ਹੁੰਦੇ ਨੇ। ਤੇ ਸਤਿਗੁਰੂ ਜੀ ਨੇ ਵਿਚਾਰਿਆ ਕਿ ਅਰਦਾਸ ਕਰਨ ਦਾ ਸਮਾਂ ਜਿਹੜਾ ਉਹ ਰੱਖਿਆ ਹੈ। ਭਏ ਤਿਆਰ ਸਤਿਗੁਰ ਹਿਤ ਪੂਰਤ। ਹਾਂ, ਸਤਿਗੁਰੂ ਜੀ ਸਰੋਵਰ ਨੂੰ ਟੱਕ ਲਾਉਣ ਵਾਸਤੇ ਤਿਆਰੀ ਕੀਤੀ ਹੈ। ਪੰਚਾਮ੍ਰਿਤ ਘਣੋ ਕਰਵਾਇਓ। ਬਹੁਤੀ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਵਾਈ ਹੈ। ਸਿੱਖ ਸੰਗਤ ਹੈ ਬ੍ਰਿਧ ਬ੍ਰਿੰਦ ਬੁਲਾਇਓ। ਬਹੁਤੀਆਂ ਸਿੱਖ ਸੰਗਤਾਂ ਜਿਹੜੀਆਂ ਸਾਨੂੰ ਬੁਲਾਈਆਂ ਹਨ। ਅਨੇਕ ਪ੍ਰਕਾਰਨ ਕੇ ਉਤਸ਼ਾਹ। ਬਹੁਤਾ ਉਤਸ਼ਾਹ ਸਿੱਖਾਂ ਸੰਗਤਾਂ ਦੇ ਮਨਾਂ ਦੇ ਵਿੱਚ ਹੈ। ਤੇ ਸੰਗਤਾਂ ਨੂੰ ਤਾਂ ਉਤਸ਼ਾਹ ਹੁੰਦਾ ਹੀ ਹੈ ਜਦੋਂ ਕੋਈ ਗੁਰੂ ਦਾ ਪੁਰਬ ਹੋਵੇ, ਗੁਰੂ ਘਰ ਦਾ ਕਾਰਜ ਹੋਵੇ, ਤੇ ਦੇਖੀਦਾ ਸੰਗਤਾਂ ਕਿਸ ਤਰ੍ਹਾਂ ਉਤਸ਼ਾਹ ਦੇ ਨਾਲ ਬਹੁਤ ਪ੍ਰੇਮ ਦੇ ਨਾਲ ਗੁਰੂ ਘਰ ਚੱਲ ਕੇ ਆਉਂਦੀਆਂ ਨੇ ਤੇ ਸੇਵਾ ਕਰਦੀਆਂ ਹਨ। ਇਸ ਲਈ ਸੰਗਤਾਂ ਨੂੰ ਸੁਨੇਹਾ ਭੇਜੇ ਗਏ ਕਿ ਵੱਡਾ ਕਾਰਜ ਗੁਰੂ ਸਾਹਿਬ ਜੀ ਕਰ ਰਹੇ ਨੇ, ਇੱਥੇ ਵੱਡਾ ਸਰੋਵਰ ਲਾਉਣ ਲੱਗੇ ਹਨ।
ਤੇ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਹ ਸੇਵਾ ਕਰਨ ਵਾਸਤੇ ਆਈਆਂ ਨੇ। ਹੋਤ ਪ੍ਰਸੰਨ ਸਿੱਖ ਮਨ ਮਾਹੇ, ਸਿੱਖ ਸੰਗਤਾਂ ਮਨ ਦੇ ਵਿੱਚ ਬੜੀਆਂ ਖੁਸ਼ ਨੇ, ਪ੍ਰਸੰਨ ਹਨ। ਲਗਿਓ ਦੀਵਾਨ ਅਦਕ ਗੁਰ ਪਾਸ, ਵੱਡਾ ਦੀਵਾਨ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦੇ ਪਾਸ ਸਜਿਆ ਹੈ। ਬੋਲੇ ਜਦੋਂ ਵੀ ਅੱਜ ਬਾਕ ਕਾਰਜ ਕੋ ਆਰੰਭ ਕਰਦੇ ਹਾਂ ਗੁਰੂ ਘਰ ਦਾ, ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਓਟ ਆਸਰਾ ਲੈਨੇ ਆ। ਕੀਰਤਨ ਕਥਾ ਦਾ ਪ੍ਰਵਾਹ ਚੱਲਦਾ ਹੈ ਤੇ ਫਿਰ ਵੱਡੀਆਂ ਸੇਵਾਵਾਂ ਜਿਹੜੀਆਂ ਅਰਦਾਸ ਤੋਂ ਬਾਅਦ ਆਰੰਭ ਹੁੰਦੀਆਂ ਨੇ। ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਵੱਡਾ ਦੀਵਾਨ ਸਜਿਆ ਹੈ। ਬੋਲੇ ਬਾਕ ਕਰਹੁ ਅਰਦਾਸ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਦੇ ਤਾਈਂ ਮਹਾਰਾਜ ਕਹਿੰਦੇ ਅਰਦਾਸ ਕਰੋ, ਕਿਉਂਕਿ ਸਿੱਖ ਦਾ ਜੀਵਨ ਅਰਦਾਸ ਦੇ ਉੱਤੇ ਨਿਰਭਰ ਹੈ। ਆਪਾਂ ਦੇਖੀਏ, ਚਲੋ ਜਨਮ ਵੇਲੇ ਤਾਂ ਅਰਦਾਸ ਹੁੰਦੀ ਤੇ ਮ੍ਰਿਤਕ ਸਮੇਂ ਵੀ ਉਹ ਅਰਦਾਸ ਕੀਤੀ ਜਾਂਦੀ ਹੈ ਨਾ, ਪਰ ਸਭ ਤੋਂ ਪਹਿਲੀ ਅਰਦਾਸ ਤੇ ਜੀਵ ਨੇ ਆਪ ਹੀ ਮਾਂ ਦੀ ਗਰਭ ਦੇ ਵਿੱਚ ਕੀਤੀ ਹੈ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਮਾਂ ਦੀ ਗਰਭ ਦੇ ਵਿੱਚ ਜੀਵ ਨੇ ਅਰਦਾਸ ਕੀਤੀ। ਅਰਦਾਸ ਹੈ ਕਿ ਇੱਕ ਲਿਵ ਲਾ ਕੇ ਪਰਮਾਤਮਾ ਦੇ ਚਰਨਾਂ ਵਿੱਚ ਜੋਦੜੀ ਕਰਨੀ, ਇਹੋ ਹੀ ਅਰਦਾਸ ਹੈ। ਅਰਜ ਦਾਸਤ। ਸੋ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਅਰਦਾਸ ਕਰੋ। ਭਾਈ ਬੁੱਢੇ ਕਹੋ ਕਿ ਇਹ ਖਰਿਓ। ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੇ ਹੁਕਮ ਦੇ ਕੇ ਖੜਾ ਕੀਤਾ ਹੈ। ਸਾਧ ਸੰਗਤ, ਵੱਡੀਆਂ ਸੇਵਾਵਾਂ ਤੇ ਵੱਡਾ ਰੁਤਬਾ, ਵੱਡਾ ਮਾਣ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਮਿਲਿਆ। ਗੁਰੂ ਨਾਨਕ ਸਾਹਿਬ ਜੀ ਤੋਂ ਵਰਸਾਏ ਹੋਏ ਤੇ ਜਿਹੜੀਆਂ ਵੀ ਗੁਰੂ ਘਰ ਦੀਆਂ ਸੇਵਾਵਾਂ ਵੱਡੀਆਂ ਆਰੰਭ ਹੋਈਆਂ, ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ। ਜੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਾਵਨ ਸਰੋਵਰ ਦਾ ਟੱਕ ਸਤਿਗੁਰੂ ਲਾਉਣ ਲੱਗੇ ਤੇ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਾਈ। ਤਰਨ ਤਾਰਨ ਸਾਹਿਬ ਦੇ ਸਰੋਵਰ ਦੀ ਮਹਾਰਾਜ ਜੀ ਨੇ ਅਰਦਾਸ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਹੈ ਕਿ ਤੁਸੀਂ ਉੱਠ ਕੇ ਅਰਦਾਸ ਕਰੋ। ਬ੍ਰਹਮ ਸਰੂਪ ਬਿਖੈ ਚਿਤ ਜੁਰਿਓ। ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦਾ ਬ੍ਰਹਮ ਸਰੂਪ ਦੇ ਵਿੱਚ ਚਿੱਤ ਟਿਕਿਆ ਹੋਇਆ, ਜਿਨ੍ਹਾਂ ਦੇ ਇੰਦਰੀ ਜਿਤ ਜੋਧੇ ਹਨ, ਬਿਰਤੀ ਜਿਹੜੀ ਉਹ ਬ੍ਰਹਮ ਵਿੱਚ ਜੁੜੀ ਹੋਈ ਹੈ। ਮਹਾ ਸ਼ਕਤ ਤਰ ਸਿੱਖ ਮਹਾਨਾ, ਵੱਡੀ ਸ਼ਕਤੀ ਵਾਲੇ ਮਹਾਨ ਸਿੱਖ ਹਨ ਬਾਬਾ ਬੁੱਢਾ ਸਾਹਿਬ ਜੀ। ਕਰ ਤਲ ਫਲ ਸਮ ਰੂਪ ਸੋ ਜਾਨਾ, ਜਿਨ੍ਹਾਂ ਨੇ ਆਪਣੇ ਹੱਥ ਦੇ ਉੱਤੇ ਧਰੇ ਫਲ ਦੇ ਸਮਾਨ ਆਪਣੇ ਸਰੂਪ ਨੂੰ ਜਾਣ ਲਿਆ। ਜਿਸ ਤਰ੍ਹਾਂ ਆਪਣੇ ਹੱਥ ਵਿੱਚ ਫਲ ਰੱਖੀਏ, ਕੋਈ ਵੀ ਸਾਹਮਣੇ ਦਿਸ ਜਾਂਦਾ ਹੈ ਨਾ, ਇਸੇ ਤਰ੍ਹਾਂ ਇੰਨੇ ਗਿਆਨਵਾਨ ਹਨ ਕਿ ਆਪਣੇ ਆਤਮ ਸਰੂਪ ਨੂੰ ਜਿਨ੍ਹਾਂ ਨੇ ਦੇਖਿਆ ਹੋਇਆ। ਅਸੀਂ ਤਾਂ ਹਲੇ ਕੇਵਲ ਸੁਣਿਆ ਹੈ, ਪਰ ਕਮਾਈ ਵਾਲੇ ਉਸ ਸਰੂਪ ਨੂੰ ਦੇਖ ਲੈਂਦੇ ਨੇ ਕਿ ਵਾਸਤਵ ਦੇ ਵਿੱਚ ਸਾਡਾ ਅਸਲੀ ਸਰੂਪ ਕੀ ਹੈ। ਜਿਨ੍ਹਾਂ ਨੇ ਆਪਣੇ ਸਰੂਪ ਦੀ ਪਹਿਚਾਨ ਕੀਤੀ ਹੈ। ਰਾਤ ਦਿਓਸ ਜਿਸ ਰਹਿ ਸਮਾਦ, ਜੋ ਦਿਨ ਰਾਤ ਸਮਾਧੀ ਵਿੱਚ ਲੀਨ ਰਹਿੰਦੇ ਨੇ। ਜੇ ਦਿਨੇ ਜੁੜਦੇ ਹਨ ਤੇ ਇਹ ਨਹੀਂ ਕਿ ਸੌਣ ਲੱਗਿਆਂ ਕਿਤੇ ਬਿਰਾਜਣ ਲੱਗਿਆਂ ਉਹਨਾਂ ਦੀ ਸਮਾਧੀ ਉਖੜ ਜਾਂਦੀ, ਉਹ ਤਾਂ ਫਿਰ ਸੁੱਤੇ ਪਿਆਂ ਵੀ ਸਮਾਧੀ ਵਿੱਚ ਲੀਨ ਰਹਿੰਦੇ। ਅੱਠੇ ਪਹਿਰ ਅਕਾਲ ਪੁਰਖ ਦੇ ਸਿਮਰਨ ਵਿੱਚ ਲੀਨ ਹਨ। ਜਦੋਂ ਅੱਖਾਂ ਖੁੱਲੀਆਂ, ਰਸਨਾ ਦੇ ਉੱਤੇ ਵਾਹਿਗੁਰੂ 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 ਜਪਦੇ, ਸੌਣ ਲੱਗਿਆਂ ਵੀ ਵਾਹਿਗੁਰੂ ਵਾਹਿਗੁਰੂ ਜਪ ਕੇ ਸੌਂਦੇ ਨੇ। ਫਿਰ ਅੱਠੇ ਪਹਿਰ ਦਿਨ ਰਾਤ ਜਿਨ੍ਹਾਂ ਦੀ ਸਮਾਧੀ ਜੁੜੀ ਰਹਿੰਦੀ ਹੈ। ਦਾਤ ਸ਼ਾਂਤ ਜੁਦਰਦਾ ਸੋ ਅਗਾਧ, ਜਿਨ੍ਹਾਂ ਦਾ ਜਿਹੜਾ ਹਿਰਦਾ ਹੈ, ਦਾਤ ਸ਼ਾਂਤ ਦਾ ਜੁਤ ਰਿਦਾ ਪ੍ਰਕਾਸ਼, ਸ਼ਾਂਤੀ ਦੇ ਵਿੱਚ ਜਿਨ੍ਹਾਂ ਦਾ ਹਿਰਦਾ ਟਿਕਿਆ ਹੋਇਆ ਹੈ। ਖਰੋ ਭਇਓ ਜਬ ਗੁਰੂ ਅਗਾਰੀ, ਸਤਿਗੁਰੂ ਜੀ ਦਾ ਹੁਕਮ ਮੰਨ ਕੇ ਬਾਬਾ ਜੀ ਜਦੋਂ ਸਤਿਗੁਰਾਂ ਦੇ ਅੱਗੇ ਖਲੋ ਗਏ ਹਨ, ਹਿਤੇ ਅਰਦਾਸ ਕਰਨ ਸੁਖਕਾਰੀ, ਸੁਖ ਦੇਣ ਵਾਲੀ ਅਰਦਾਸ ਕਰਨ ਲੱਗੇ ਹਨ। ਖੱਤਰੀ ਇੱਕ ਦੇਵੀ ਚੰਦ ਨਾਮ, ਇੰਨੇ ਚਿਰ ਦੇ ਵਿੱਚ ਇੱਕ ਦੇਵੀ ਚੰਦ ਖੱਤਰੀ ਜੋ ਸੀ, ਗੋਇੰਦਵਾਲ ਹੋ ਤੋ ਜਿਸ ਧਾਮ, ਇਸ ਦਾ ਘਰ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਸੀ। ਦਰਸ਼ਨ ਹੋਤ ਗੁਰੂ ਕੇ ਆਵਾ, ਇਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਦੇਵੀ ਚੰਦ ਖੱਤਰੀ। 1 ਰੁਪਈਓ ਤਾਹੇ ਤੁਰਾਵਾ, ਤੇ ਉਸ ਵੇਲੇ 1 ਰੁਪਈਏ ਦਾ ਮੁੱਲ ਬਹੁਤ ਸੀ ਤੇ ਇਹਨੇ 1 ਰੁਪਈਆ ਜਿਹੜਾ ਸੀ ਉਹ ਤੜਾ ਲਿਆ, ਭਨਾ ਲਿਆ। ਆਧੇ ਟਕੇ ਰਾਖ ਨਿਜ ਪਾਸ, ਅੱਧੇ ਟਕੇ ਜਿਹੜੇ ਸਨ ਉਹ ਆਪਣੇ ਕੋਲ ਰੱਖੇ ਹਨ। ਅਰਦ ਲਏ ਹਿਤ ਗੁਰ ਅਰਦਾਸ, ਅੱਧੇ ਟਕੇ ਜਿਹੜੇ ਸੀ ਉਹ ਅਰਦਾਸ ਵਿੱਚ ਭੇਟਾ ਕਰਨ ਵਾਸਤੇ ਜਾਂ ਸਤਿਗੁਰੂ ਜੀ ਨੂੰ ਨਮਸਕਾਰ ਕਰਨ ਵਾਸਤੇ ਅੱਧੇ ਟਕੇ ਅੱਗੇ ਰੱਖ ਦਿੱਤੇ। ਗੁਰ ਕੇ ਜਾਏ ਅਗਾਰੀ ਧਰੇ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਗੇ ਜਾ ਕੇ ਰੱਖੇ ਹਨ। ਹਾਥ ਬੰਦ ਕਰ ਬੈਠਨ ਕਰੀ, ਹੱਥ ਜੋੜ ਕੇ ਦੇਵੀ ਚੰਦ ਜਿਹੜਾ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਸੀ, ਇਹਨੇ ਬੇਨਤੀ ਕੀਤੀ ਹੈ। ਸ੍ਰੀ ਅਰਜਨ ਅਵਲੋਕ ਉਚਾਰੀ, ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਈ ਦੇਵੀ ਚੰਦ ਵੱਲ ਦੇਖਿਆ
ਦੇਖ ਕੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਬੁੱਢਾ ਲਿਹੋ ਨਿਹਾਰੀ। ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਇੱਧਰ ਦੇਖ ਲਓ, ਪੂਰਨ ਤਾਲ ਸਕਲ ਬਿਦ ਹੋਏ। ਇਹ ਜਿਹੜਾ ਸਰੋਵਰ ਹੈ ਇਹ ਹਰ ਤਰ੍ਹਾਂ ਕਰਕੇ ਪੂਰਾ ਹੋਵੇਗਾ। ਹਿਰਦੇ ਹਮਾਰੇ ਆਏ ਨਾ ਕੋਈ। ਸਾਡੇ ਹਿਰਦੇ ਵਿੱਚ ਕੋਈ ਐਸੀ ਵਿਚਾਰ ਨਹੀਂ ਹੈ ਕਿ ਕੰਮ ਕਿਸ ਤਰ੍ਹਾਂ ਪੂਰਾ ਕਰਾਂਗੇ, ਆਦੀ ਭੇਟ ਪ੍ਰਥਮ ਹੀ ਆਈ। ਕਿਉਂਕਿ ਅੱਧੀ ਭੇਟਾ ਜਿਹੜੀ ਹੈ ਉਹ ਪਹਿਲਾਂ ਹੀ ਆ ਗਈ ਹੈ। ਆਦੋ ਰਹਿ ਇਹੀ ਲੱਖ ਪਾਈ। ਅੱਧੀ ਜਿਹੜੀ ਭੇਟਾ ਉਹ ਰਹਿ ਗਈ ਹੈ, ਇਹ ਅਸੀਂ ਜਾਣ ਲਿਆ। ਇਹ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਭਰੋਸਾ ਦਿੱਤਾ ਹੈ ਜੀ। ਜਦੋਂ ਅਰਦਾਸ ਕਰੇ ਫਿਰ ਉਸ ਕਾਰਜ ਵਿੱਚ ਸਿੱਖ ਚਿੰਤਾ ਨਹੀਂ ਕਰਦਾ, ਕਿਉਂਕਿ ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਗੁਰਦੇਵ ਕਹਿੰਦੇ ਤੂੰ ਚਿੰਤਨ ਕਰ, ਚਿੰਤਾ ਤੇ ਤੇਰੀ ਅਕਾਲ ਪੁਰਖ ਨੂੰ ਹੈ ਨਾ, ਤੇਰੇ ਕਾਰਜ ਵਿੱਚ ਕੰਮ ਵਿੱਚ ਕੋਈ ਵਿਘਨ ਪਵੇਗਾ ਨਹੀਂ ਜੇ ਤੂੰ ਉਹਦਾ ਚਿੰਤਨ ਕਰੇਗਾ। ਫਿਰ ਇਹ ਭਰੋਸਾ ਗੁਰੂ ਸਾਹਿਬ ਜੀ ਸਾਨੂੰ ਦੇ ਰਹੇ ਨੇ। ਆਪ ਤਾਂ ਹਰੀ ਪਰਮੇਸ਼ਰ ਦਾ ਸਰੂਪ ਨੇ, ਪ੍ਰਤੱਖ ਹਰ ਨੇ। ਕੀ ਭਰੋਸਾ ਦਿੱਤਾ ਹੈ? ਜਦੋਂ ਭਾਈ ਦੇਵੀ ਚੰਦ ਨੇ ਆ ਕੇ ਅੱਧੇ ਟਕੇ ਗੁਰੂ ਸਾਹਿਬ ਅੱਗੇ ਰੱਖੇ ਨੇ ਨਾ, 1 ਰੁਪਈਆ ਬਣਾ ਕੇ, ਤੇ ਮਹਾਰਾਜ ਨੇ ਮੁਸਕਰਾ ਕੇ ਕਿਹਾ, ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਕਹਿੰਦੇ, ਬਾਬਾ ਜੀ ਆਹ ਦੇਖੋ ਸਰੋਵਰ ਦੀ ਬਣਾਉਣ ਦੀ ਕੋਈ ਚਿੰਤਾ ਹੀ ਨਹੀਂ, ਅੱਧੀ ਭੇਟਾ ਤੇ ਇੱਥੇ ਹੁਣ ਆ ਗਈ ਹੈ। ਭਾਵ ਰੁਪਈਏ ਭਾਵੇਂ ਉਸ ਵੇਲੇ ਦੇਖਣ ਵਾਲਾ ਇਹ ਸਮਝੇ ਕਿ ਥੋੜ੍ਹੇ ਨੇ, ਪਰ ਗੁਰੂ ਘਰ ਦੀ ਮਾਇਆ ਵਿੱਚ ਬਰਕਤ ਬਹੁਤ ਹੈ। ਜਿਹੜੀ ਸੰਗਤ ਸਿੱਖ ਭਾਵਨਾ ਨਾਲ ਲੈ ਕੇ ਆਉਂਦੀ ਹੈ ਨਾ, ਆਪਣੀ ਦਸਵੰਧ ਨੂੰ ਕੱਢ ਕੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਘਾਲ ਖਾਏ ਕਿਛ ਹੱਥੋਂ ਦੇ, ਉਹਦੇ ਵਿੱਚ ਬਰਕਤ ਹੀ ਇੰਨੀ ਹੈ ਕਿ ਘਾਟਾ ਪੈ ਹੀ ਨਹੀਂ ਸਕਦਾ। ਸਤਿਗੁਰੂ ਤਾਂ ਆਪ ਸਮਰੱਥ ਨੇ। ਮਹਾਰਾਜ ਕਹਿੰਦੇ ਜਦੋਂ ਸਿੱਖ ਆਪਣੀ ਕਮਾਈ ਦਸਾਂ ਨੋਹਾਂ ਦੀ ਕਿਰਤ ਕਰਕੇ ਤੇ ਉਹਨੂੰ ਸਫਲਾ ਕਰਨ ਵਾਸਤੇ ਦਸਵੰਧ ਕੱਢਦਾ ਹੈ, ਗੁਰੂ ਨਮਿਤ, ਫਿਰ ਉਹਦੇ ਕਾਰਜਾਂ ਵਿੱਚ ਕਦੇ ਵਿਘਨ ਨਹੀਂ ਪੈਂਦਾ। ਦੇਖਣ ਵਿੱਚ ਲੱਗੇਗਾ ਕਿ ਮਾਇਆ ਇੰਨੀ ਕੁ ਹੈ, ਪਰ ਕਾਰਜ ਤਾਂ ਕਰਾਉਣੇ ਨੇ ਗੁਰੂ ਨੇ ਪੂਰੇ। ਜੇ ਕਹੀਏ ਕਿ ਪੈਸੇ ਨਾਲ ਹੀ ਹੋਣੇ ਸੀ ਤੇ ਫਿਰ ਨਮਸਕਾਰ ਤਾਂ ਆਪਾਂ ਸਾਰੇ ਕਰਦੇ ਹਾਂ ਨਾ ਗੁਰੂ ਸਾਹਿਬ ਨੂੰ। ਤੇ ਗੁਰੂ ਸਾਹਿਬ ਦੇ ਬਚਨ ਹਨ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਜੇ ਤੂੰ ਸੋਚਦਾ ਕਿ ਮਾਇਆ ਨਾਲ ਹੀ ਸਾਰੇ ਕੰਮ ਹੋਣੇ ਨੇ, ਤੇ ਮਹਾਰਾਜ ਕਹਿੰਦੇ ਨਹੀਂ। ਚਲੋ ਬੰਦਾ ਕਵੇ ਕਿਸ ਤਰ੍ਹਾਂ, ਮਾਇਆ ਨਾਲ ਹੀ ਤਾਂ ਸਾਰਾ ਸੰਸਾਰ ਚੱਲ ਰਿਹਾ, ਪਰ ਚਲਾਉਣ ਵਾਲਾ ਤੇ ਕਰਾਉਣ ਵਾਲਾ ਤੇ ਉਹ ਮਾਲਕ ਆਪ ਹੈ। ਇਸ ਲਈ ਸਤਿਗੁਰਾਂ ਨੇ ਕਿਹਾ ਤੂੰ ਕਮਾਈ ਦਸਾਂ ਨੋਹਾਂ ਦੀ ਕਿਰਤ ਕਰ। ਮਹਾਰਾਜ ਨੇ ਕਿਰਤ ਕਰਨ ਦਾ ਵੀ ਹੁਕਮ ਕੀਤਾ ਹੈ, ਪਰ ਜੇ ਤੂੰ ਸੋਚੇ ਕਿ ਇਕੱਲੇ ਪੈਸੇ ਨਹੀਂ ਕੰਮ ਸਵਾਰ ਦੇਣੇ, ਸਤਿਗੁਰੂ ਕਹਿੰਦੇ ਨਹੀਂ, ਕਰ ਸਵਾਰਨ ਵਾਲਾ ਉਹ ਦਾਤਾ ਹੈ। ਉਹ ਜਦੋਂ ਕਿਰਪਾ ਕਰੇ ਨਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਉਹ ਫਿਰ ਕਿਰਤ ਨੂੰ ਆਪ ਦੇਖ ਕਰਕੇ ਤੇ ਫਿਰ ਆਪ ਸਾਰੇ ਕਾਰਜਾਂ ਨੂੰ ਪੂਰਾ ਕਰਦਾ ਹੈ। ਇਹ ਭਰੋਸਾ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ। ਕਿਤੇ ਮਾਇਆ ਦੇਖ ਕੇ ਡੋਲੀ ਜਾਵੇਂ ਕਿ ਕੰਮ ਕਿਸ ਤਰ੍ਹਾਂ ਬਣਨਗੇ। ਜੇ ਭਰੋਸਾ ਰੱਖ, ਜਿੰਨੀ ਕੁ ਵੀ ਹੈ ਉਹਦੇ ਵਿੱਚ ਬਰਕਤ ਹੀ ਇੰਨੀ ਗੁਰੂ ਨੇ ਪਾ ਦੇਣੀ। ਇਹ ਅਨੇਕਾਂ ਵਾਰ ਇਸ ਤਰ੍ਹਾਂ ਹੋਇਆ, ਜਦੋਂ ਸਿੱਖ ਸੰਗਤਾਂ ਬਹੁਤੀਆਂ ਸਨ ਤੇ ਮਾਲਕ ਨੇ ਕਹਿਣਾ ਭਰੋਸਾ ਰੱਖ ਕੇ ਵਰਤਾ ਦੇ, ਤੇ ਉਹਦੇ ਵਿੱਚ ਘਾਟਾ ਪੈਣ ਹੀ ਨਹੀਂ ਦੇਣਾ। ਬਰਕਤ ਤਾਂ ਗੁਰੂ ਨੇ ਪਾਉਣੀ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ, ਦੇਖੋ ਇੰਨੀ ਕਮਾਇਆ ਆ ਗਈ ਅੱਧੀ ਸਰੋਵਰ ਦੀ, ਹੁਣ ਕਿਸੇ ਗੱਲ ਦੀ ਕੋਈ ਚਿੰਤਾ ਬਾਬਾ ਜੀ ਕਰਨ ਦੀ ਲੋੜ ਨਹੀਂ। ਅੱਧੀ ਜਿਹੜੀ ਰਹਿ ਗਈ ਉਹ ਵੀ ਜਿਹੜਾ ਹੈ ਉਹ ਪੂਰੀ ਹੋਵੇਗੀ। ਪੁਰਸ਼ੋਤਮ ਕੀ ਜਥਾ ਰਜਾਈ। ਜਿਸ ਤਰ੍ਹਾਂ ਅਕਾਲ ਪੁਰਖ ਦੀ ਰਜਾ ਹੈ, ਹੋਏ ਤਥਾ ਨਹਿ ਅਪਰ ਉਪਾਈ। ਉਸੇ ਤਰ੍ਹਾਂ ਹੀ ਹੋਵੇਗਾ, ਹੋਰ ਕੋਈ ਉਪਾਅ ਯਤਨ ਨਹੀਂ ਚੱਲਦਾ। ਇਹ ਸੱਚ ਹੈ। ਜੇ ਅਕਾਲ ਪੁਰਖ ਕਿਰਪਾ ਕਰੇ, ਅਕਾਲ ਪੁਰਖ ਦੀ ਰਜਾ ਹੋਵੇ, ਕੰਮ ਤੇ ਉਹੀ ਹੋਣਾ ਹੈ। ਨਹੀਂ ਤਾਂ ਬੰਦਾ ਸੋਚਦਾ ਕੁਝ ਹੋਰ ਹੈ, ਸਾਰੀ ਤਿਆਰੀ ਕਰਕੇ ਬੈਠਾ ਹੁੰਦਾ ਕੁਝ ਹੋਰ ਹੈ। ਉਹ ਤਾਂ ਕਿਉਂਕਿ ਜੋ ਉਹਨੂੰ ਭਾਇਆ ਸੀ ਹੋਇਆ ਉਹ ਹੈ, ਇਹ ਤੇਰੀ ਮਰਜ਼ੀ ਨਾਲ ਨਹੀਂ ਹੋਇਆ। ਇਹ ਕੰਮ ਵੀ ਉਦੋਂ ਸਵਰਿਆ ਜਦੋਂ ਉਹ ਆਪ ਵਿੱਚ ਵਰਤਿਆ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਪੁਰਸ਼ੋਤਮ ਕੀ ਜੋ ਰਜਾਏ ਜਥਾ ਰਜਾਏ। ਜਿਸ ਤਰ੍ਹਾਂ ਅਕਾਲ ਪੁਰਖ ਦੀ ਰਜਾ ਹੈ ਉਸੇ ਤਰ੍ਹਾਂ ਹੋਣਾ ਹੈ। ਕਰ ਅਰਦਾਸ ਤਿਹਾਵਲ ਕੇਰੀ। ਬਾਬਾ ਬੁੱਢਾ ਸਾਹਿਬ ਜੀ ਪਾਸੋਂ ਅਰਦਾਸ ਕਰਾਈ ਹੈ। ਬਾਬਾ ਜੀ ਨੇ ਅਰਦਾਸ ਕੀਤੀ ਕੜਾ ਪ੍ਰਸ਼ਾਦ ਦੀ। ਸਿਮਰੇ ਸਭ ਸਤਿਗੁਰ ਤਿਸ ਬੇਰੀ। ਸਾਰੇ ਗੁਰੂ ਸਾਹਿਬਾਨਾਂ ਨੂੰ ਯਾਦ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਸਾਹਿਬ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੂੰ, ਤੇ ਹਾਜ਼ਰ ਨਾਜ਼ਰ ਜੋਤ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੌਜੂਦ ਨੇ। ਸਾਰੇ ਗੁਰੂ ਸਾਹਿਬਾਨਾਂ ਦਾ ਨਾਮ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਹੈ। 17 ਵਿਸਾਖ ਸੰਮਤ 1647 ਬਿਕਰਮੀ ਨੂੰ। ਸੋ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਅਰਦਾਸ ਕਰਦੇ ਹਨ, ਕਰਿਓ ਮਹੂਰਤ ਖਨਨ ਲਗਾਏ। ਤੇ ਇਹ ਮਹੂਰਤ ਸੀ ਸਾਧ ਸੰਗਤ ਜੀ, ਹੋਰ ਕੋਈ ਨਹੀਂ ਕਿ ਕਿਸੇ ਸਿਆਣੇ ਨੂੰ ਸੱਦ ਲਿਆ
ਸਿਆਣਾ ਤੇ ਅਕਾਲ ਪੁਰਖ ਪਰਮਾਤਮਾ ਆਪ ਹੀ ਹੈ। ਉਹਦੇ ਜਿੰਨੀ ਸਿਆਣਪ ਕਿਸ ਕੋਲ ਹੈ ਜੀ, ਵਾਹਿਗੁਰੂ ਜੀ ਨੇ। ਇਸ ਲਈ ਮਨੁੱਖ ਤਾਂ ਕੋਈ ਪੂਰਾ ਹੋ ਹੀ ਨਹੀਂ ਸਕਦਾ। ਹਰੇਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਊਣਤਾਈ ਹੈ। ਜੇ ਪੂਰਾ ਹੈ ਤੇ ਉਹ ਪੂਰਾ ਸਤਿਗੁਰੂ ਹੈ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ। ਜੇ ਪੂਰੇ ਦਾ ਆਸਰਾ ਟੇਕ ਲਈਏ, ਭਰੋਸਾ ਰੱਖੀਏ, ਤੇ ਫਿਰ ਕੋਈ ਕਾਰਜ ਜਿਹੜਾ ਅਧੂਰਾ ਰਹਿ ਹੀ ਨਹੀਂ ਜਾਂਦਾ। ਇਸ ਲਈ ਭਰੋਸਾ ਰੱਖੀਏ। ਜੋ ਕੁਝ ਮਿਲਿਆ ਉਹਦਾ ਸ਼ੁਕਰਾਨਾ ਨਹੀਂ ਸੀ ਮਿਲਿਆ, ਉਹਦੇ ਵਿੱਚ ਵੀ ਭਲਾ ਹੈ। ਇਸ ਲਈ ਇਹ ਮਹੂਰਤ ਹੈ ਤੇ ਗੁਰਸਿੱਖ ਨੂੰ ਵੀ ਇਹ ਹੁਕਮ ਹੈ ਕਿ ਤੂੰ ਅਰਦਾਸ ਕਰ। ਇਹੋ ਹੀ ਤੇਰੇ ਕਾਰਜਾਂ ਤੋਂ ਪਹਿਲਾਂ ਮਹੂਰਤ ਹੈ। ਸਿੱਖ ਮਿਹਨਤੀ ਨਰ ਸਮੁਦਾਇ, ਬਹੁਤੇ ਜਿਹੜੇ ਮਿਹਨਤੀ ਸਿੱਖ ਸਨ ਤੇ ਚੰਗੇ ਚੰਗੇ ਕਾਰੀਗਰ, ਤੀਰਥ ਕੀ ਸੋ ਹੋਣ ਲਗ ਕਾਰੀ। ਉਹ ਮਹਾਰਾਜ ਦਾ ਹੁਕਮ ਮੰਨ ਕੇ ਇਸ ਕਾਰਜ ਨੂੰ ਉਹਨਾਂ ਨੇ ਆਰੰਭ ਕੀਤਾ ਹੈ। ਕਾਰੀਗਰ ਬੁਲਾਏ ਮਤ ਭਾਰੀ, ਚੰਗੇ ਮਤ ਵਾਲੇ ਜਿਹੜੇ ਕਾਰੀਗਰ ਸਨ ਉਹ ਬੁਲਾਏ ਹਨ। ਕੀਟਨ ਕੇ ਆਵੇ ਲਗਵਾਈ, ਇੱਟਾਂ ਦੇ ਆਵੇ ਜਿਹੜੇ ਸੀ ਉਹ ਲਵਾ ਦਿੱਤੇ ਹਨ। ਗੁਰੂ ਸਾਹਿਬ ਜੀ ਨੇ ਹੁਕਮ ਕਰਕੇ, ਕਿਤੇ ਜਦੋਂ ਵੀ ਕੋਈ ਗੁਰੂ ਘਰ ਦੀ ਕਾਰ ਆਰੰਭ ਹੁੰਦੀ ਹੈ ਨਾ, ਤੇ ਇੱਥੇ ਗੁਰੂ ਘਰ ਵਿੱਚ ਤਾਂ ਕਿਸੇ ਤਰ੍ਹਾਂ ਦਾ ਕੋਈ ਘਾਟਾ ਹੈ ਹੀ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਦੇ ਉੱਤੇ ਬਖਸ਼ਿਸ਼ਾਂ ਹੀ ਇੰਨੀਆਂ ਕੀਤੀਆਂ ਨੇ। ਤੇ ਜਿਹੜਾ ਵਿਸ਼ਾਲ ਹਿਰਦਾ ਗੁਰੂ ਦਾ ਹੈ ਨਾ, ਉਹੀ ਹਿਰਦਾ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਵੀ ਦਿੱਤਾ ਹੈ। ਜੇ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਕੁਝ ਵਾਰ ਦਿੱਤਾ, ਤੇ ਸਿੱਖਾਂ ਦੇ ਅੰਦਰ ਵੀ ਐਸੀ ਭਾਵਨਾ ਹੈ। ਜਿਹੜੇ ਗੁਰੂ ਦੇ ਬਚਨ ਕਮਾਉਣ ਵਾਲੇ ਨੇ ਉਹ ਆਪਣਾ ਕੁਝ ਸਮਝਦੇ ਨਹੀਂ ਹਨ। ਤੇ ਅੱਜ ਵੀ ਆਪਾਂ ਦੇਖ ਲਈਏ, ਜਦੋਂ ਵੱਡੀਆਂ ਸੇਵਾਵਾਂ ਚੱਲਦੀਆਂ ਨੇ, ਸਾਰਾ ਕੁਝ ਸਿੱਖ ਸੰਗਤਾਂ ਦਾ ਆਪਣਾ ਹੈ, ਉਹ ਗੁਰੂ ਨੇ ਦਿੱਤਾ ਹੈ। ਇਸ ਲਈ ਮਹਾਰਾਜ ਨੇ ਹੁਕਮ ਕਰਕੇ ਇੱਟਾਂ ਦੇ ਜਿਹੜੇ ਪਜਾਵੇ ਸੀ ਉਹ ਵੀ ਨੇੜੇ ਲਵਾ ਦਿੱਤੇ। ਚੂਨਾ ਤਿਆਰ ਕਰਹਿ ਸਮੁਦਾਇ, ਵੱਡੀ ਮਾਤਰਾ ਵਿੱਚ ਚੂਨਾ ਜਿਹੜਾ ਸੀ ਉਹ ਤਿਆਰ ਹੋਣ ਲੱਗਾ। ਇਹ ਦੇਖਣਾ ਕਿ ਪ੍ਰਸੰਗ ਚਾਹਵੇਗਾ ਕਿ ਨੂਰਦੀਨ ਦੀ ਸਰਾਂ ਤੇ ਇੱਕ ਹੋਰ ਜਿਹੜਾ ਤੁਰਕ ਸੀ, ਜਿਹੜੇ ਬਾਦਸ਼ਾਹ ਦੇ ਬਹੁਤ ਨੇੜੇ ਸਨ, ਉਹਨਾਂ ਦੀ ਇਮਾਰਤ ਨੂੰ ਇੱਟਾਂ ਦੀ ਲੋੜ ਪੈਂਦੀ ਹੈ ਤੇ ਉਹ ਇਹਨਾਂ ਪਜਾਵਿਆਂ ਵਿੱਚੋਂ ਚੁੱਕ ਕੇ ਲੈ ਜਾਂਦੇ। ਪਰ ਗੁਰੂ ਘਰ ਵਿੱਚ ਤਾਂ ਕਿਸੇ ਵਸਤੂ ਦਾ ਘਾਟਾ ਹੈ ਹੀ ਨਹੀਂ। ਜੋ ਗੁਰੂ ਘਰ ਵਿੱਚ ਹੈ ਉਹ ਸਿੱਖਾਂ ਕੋਲ ਹੈ, ਉਹ ਆਪਣਾ ਹੈ। ਅੱਜ ਵੀ ਆਪਾਂ ਦੇਖ ਲਈਏ ਨਾ, ਅੱਜ ਜਿੱਥੇ ਵੀ ਅੱਜ ਲੋੜ ਪੈਂਦੀ ਹੈ ਉੱਥੇ ਸਰਕਾਰਾਂ ਨਹੀਂ ਪਹੁੰਚ ਸਕਦੀਆਂ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾਂ ਪਹੁੰਚ ਜਾਂਦੀਆਂ ਹਨ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਬਰਕਤ ਹੈ। ਸੋ ਵੱਡੇ ਪਜਾਵੇ ਜਿਹੜੇ ਸਾਨੂੰ ਇੱਟਾਂ ਦੇ ਸਤਿਗੁਰਾਂ ਨੇ ਕਹਿ ਕੇ ਲਵਾ ਦਿੱਤੇ ਹਨ। ਤਾਲ ਵਿਸਾਲ ਆਰੰਭਨ ਕੀਨਾ, ਵੱਡਾ ਜਿਹੜਾ ਸਰੋਵਰ ਸੀ ਗੁਰੂ ਸਾਹਿਬ ਜੀ ਦੀ ਆਗਿਆ ਦੇ ਨਾਲ ਆਰੰਭ ਹੋਇਆ ਹੈ। ਮਨੋ ਮਾਨਸਰ ਹੋਏ ਨਵੀਨਾ, ਮਾਨੋ ਕਿ ਸੋਹਣਾ ਮਾਨਸਰ ਜਿਹੜੀ ਝੀਲ ਹੈ ਉਹ ਸਤਿਗੁਰੂ ਜੀ ਇੱਕ ਨਵੀਂ ਬਣਾ ਰਹੇ ਹੁਣ, ਜਿੱਥੇ ਹੰਸ ਨਿਵਾਸ ਕਰਦੇ ਨੇ ਨਾ। ਬਾਣੀ ਦੇ ਵਿੱਚ ਵੀ ਆਪਾਂ ਬਚਨ ਪੜ੍ਹਦੇ ਹਾਂ ਕਿ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ। ਮਾਨ ਸਰੋਵਰ ਉੱਤੇ ਹੰਸ ਰਹਿੰਦੇ ਤੇ ਗੁਰੂ ਘਰ ਦੇ ਜਿਹੜੇ ਪਾਵਨ ਸਥਾਨ ਨੇ ਵੀ ਮਾਨ ਸਰੋਵਰ ਨੇ। ਤੇ ਜਿਹੜੇ ਸਿੱਖ ਜੁੜੇ ਹੋਏ ਨੇ ਨਾ, ਉਹ ਹੰਸ ਦੀ ਤਰ੍ਹਾਂ ਨੇ, ਕਿਉਂਕਿ ਹੰਸ ਜਿਹੜਾ ਹੈ ਉਹਦਾ ਸਰੂਪ ਬੜਾ ਸੁੰਦਰ ਹੈ। ਤੇ ਹੰਸ ਡੱਡੀਆਂ ਮੱਛੀਆਂ ਦੇ ਉੱਤੇ ਮੂੰਹ ਨਹੀਂ ਮਾਰਦਾ। ਹੰਸ ਵਰਗਾ ਦਿਖਦਾ ਹੈ ਬਗਲਾ, ਤੇ ਬਗਲਾ ਵੀ ਹੰਸ ਬਣਨ ਦਾ ਯਤਨ ਕਰਦਾ ਹੈ, ਪਰ ਉਹਦੀਆਂ ਕਰਤੂਤਾਂ ਦੱਸਦੀਆਂ ਨੇ ਕਿ ਇਹ ਹੰਸ ਨਹੀਂ ਹੈ, ਇਹ ਬਗਲਾ ਹੈ। ਇਸ ਕਰਕੇ ਜਿਹੜੇ ਸਿੱਖੀ ਸਰੂਪ ਦੇ ਵਿੱਚ ਆ ਕਰਕੇ ਲੋਕ ਕਹਿੰਦੇ ਨਾ ਜੀ ਉਹ ਵੀ ਤਾਂ ਸਿੱਖ ਸਨ, ਅਸਲ ਵਿੱਚ ਉਹ ਹੰਸ ਹੈ ਹੀ ਨਹੀਂ। ਹੰਸ ਤਾਂ ਮਾੜੀ ਚੀਜ਼ ਨੂੰ ਮੂੰਹ ਹੀ ਨਹੀਂ ਮਾਰੇਗਾ। ਜਿਹੜਾ ਸਿੱਖੀ ਸਰੂਪ ਦੇ ਵਿੱਚ ਆ ਕੇ ਮਾੜੇ ਕਰਮ ਕਰ ਰਿਹਾ ਸੀ, ਉਹ ਕੇਵਲ ਤਾਂ ਕੇਵਲ ਦਿਖਾਵੇ ਦੀ ਸਿੱਖੀ ਰੱਖ ਕੇ ਬੈਠਾ ਸੀ ਕਿ ਮੈਂ ਵੀ ਹੰਸ ਬਣ ਜਾਵਾਂ। ਇਸ ਕਰਕੇ ਗੁਰੂ ਘਰ ਮਾਨ ਸਰੋਵਰ ਹੈ, ਤੇ ਜਿਹੜੀਆਂ ਇੱਥੇ ਸਿੱਖ ਸੰਗਤਾਂ ਗੁਰੂ ਉਪਦੇਸ਼ ਕਮਾਉਣ ਵਾਲੀਆਂ ਨੇ ਉਹ ਸਿੱਖ ਹੰਸ ਹਨ। ਇਸੇ ਤਰ੍ਹਾਂ ਮਹਾਰਾਜ ਸੁੰਦਰ ਤੀਰਥ ਤਿਆਰ ਕਰਾਉਣ ਲੱਗੇ ਹਨ। ਸਿਰਪੀ ਲਗੇ ਚਨਨ ਸੌ ਪਾਣ, ਸੋਹਣੇ ਕਾਰੀਗਰ ਜਿਹੜੇ ਸਨ ਉਹ ਪੌੜੀਆਂ ਬਣਾਉਣ ਲੱਗੇ ਹਨ। ਲਾਵਹਿ ਚੂਨੋ ਈਟ ਮਹਾਨ, ਸੋਹਣਾ ਚੂਨਾ ਤੇ ਇੱਟਾਂ ਜਿਹੜੀਆਂ ਨੇ ਉਹ ਲਾ ਰਹੇ ਹਨ। ਕਹਿਓ ਮਸੰਦਨ ਸੋ ਗੁਰ ਬੈਣ, ਸਤਿਗੁਰੂ ਜੀ ਨੇ ਮਸੰਦਾਂ ਦੇ ਤਾਂ ਹੀ ਬਚਨ ਕੀਤਾ। ਕਰਵਾਵਹੁ ਕਾਰਜ ਸ਼ੁਭ ਦੈਣ, ਮਹਾਰਾਜ ਕਹਿੰਦੇ ਚੰਗਾ ਧਨ ਦੇ ਕੇ ਨਾ ਇਹਨਾਂ ਕਾਰੀਗਰਾਂ ਨੂੰ ਤੇ ਸੋਹਣਾ ਜਿਹੜਾ ਸਰੋਵਰ ਉਹ ਤਿਆਰ ਕਰਾਵੋ। ਸਤਿਗੁਰ ਕੇ ਘਰ ਤੋਟ ਨਾ ਕਾਈ, ਇਹ ਬਚਨ ਗੁਰੂ ਸਾਹਿਬ ਨੇ ਕਿਹਾ ਕਿ ਗੁਰੂ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਤੋਟਾ ਨਹੀਂ ਹੈ, ਘਾਟਾ ਨਹੀਂ ਹੈ। ਜਿਹੜੇ ਆ ਮਜ਼ਦੂਰਾਂ ਦੇ, ਮਿਹਨਤੀ ਲੋਕਾਂ ਦੇ ਪੈਸੇ ਮਾਰ ਜਾਂਦੇ ਨੇ ਨਾ, ਉਹ ਲੋਕ ਹਨ ਜਿਨ੍ਹਾਂ ਨੂੰ ਪਹਿਲਾਂ ਹੀ ਲੱਗਦਾ ਹੋਵੇਗਾ ਕਿ ਉਹਨਾਂ ਦੇ ਖਜ਼ਾਨੇ ਘਟੇ ਹੋਏ। ਤੇ ਦੇਖਿਆ ਕਈ ਵਾਰੀ, ਕਿਉਂਕਿ ਮਜ਼ਦੂਰ ਆਪਣੀ ਵਾਹ ਲਾ ਕਰਕੇ ਮਜ਼ਦੂਰੀ ਕਰਦਾ ਹੈ ਸਾਰਾ ਦਿਨ। ਤੇ ਕਈ ਲੋਕ ਐਸੇ ਵੀ ਦੇਖੇ ਨੇ ਕਿ ਆਪਣੇ ਆਪ ਨੂੰ ਧਨਾੜ ਕਹਾਉਣ ਵਾਲੇ ਉਹਨਾਂ ਮਜ਼ਦੂਰਾਂ ਦੇ ਵੀ ਪੈਸੇ ਮਾਰ ਜਾਣਗੇ। ਤੇ ਹੈਰਾਨੀ ਹੋਈ ਦੇਖ ਕੇ ਵਿਦੇਸ਼ਾਂ ਵਿੱਚ ਵੀ ਐਸੇ ਲੋਕ ਦੇਖਣ ਨੂੰ ਮਿਲੇ
ਜਿਹੜੇ ਵਿਚਾਰੇ ਮਿਹਨਤੀ ਲੋਕ ਮਜ਼ਦੂਰੀ ਕਰਕੇ ਸਾਰਾ ਦਿਨ ਕੰਮ ਕਰਦੇ ਤੇ ਜਦੋਂ ਮਜ਼ਦੂਰੀ ਲੈਣ ਦਾ ਸਮਾਂ ਆਉਂਦਾ ਤੇ ਉੱਥੋਂ ਗਾਇਬ ਵੀ ਹੋ ਜਾਂਦੇ ਦੇਣ ਵਾਸਤੇ। ਇਸ ਲਈ ਐਸੇ ਵੀ ਲੋਕ ਹਨ, ਪਰ ਉਹਨਾਂ ਬਾਰੇ ਗੁਰਦੇਵ ਕਹਿੰਦੇ ਹਨ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਗੁਰੂ ਸਾਹਿਬ ਜੀ ਨੇ ਕਿਹਾ ਮਸੰਦਾਂ ਨੂੰ, ਮਹਾਰਾਜ ਕਹਿੰਦੇ ਜਿਹੜੇ ਮਜ਼ਦੂਰ ਲੱਗੇ ਨੇ ਨਾ, ਜਿਹੜੇ ਮਜ਼ਦੂਰੀ ਕਰ ਰਹੇ ਨੇ, ਕਾਰੀਗਰ ਲੱਗੇ ਨੇ, ਇਹਨਾਂ ਨੂੰ ਬਹੁਤਾ ਧਨ ਦੇ ਕਰਕੇ ਕੰਮ ਕਰਾਵੋ, ਜਿਸ ਤੇ ਹੋਏ ਅਖਲੇ ਗੁਰੂ ਸਥਾਲ। ਘਰ ਵਿੱਚ ਕਿਸੇ ਤਰ੍ਹਾਂ ਦਾ ਘਾਟਾ ਨਹੀਂ ਹੈ, ਜਿਸ ਦੇ ਨਾਲ ਇਹ ਕੰਮ ਪੂਰਾ ਹੋ ਜਾਵੇ। ਤਥਾ ਕਰੋ ਤੁਮ ਸੁਮਤ ਸੰਭਾਲ। ਮਹਾਰਾਜ ਕਹਿੰਦੇ ਚੰਗੀ ਮੱਤ ਦੇ ਨਾਲ ਇਹ ਕੰਮ ਜਿਹੜਾ ਹੈ ਪੂਰਾ ਕਰਨ। ਇਸ ਵਿਦ ਹੁਕਮ ਪਾਏ ਗੁਰ ਕੇਰਾ। ਗੁਰੂ ਸਾਹਿਬ ਜੀ ਦਾ ਹੁਕਮ ਪਾ ਕੇ ਸਿੱਖਾਂ ਨੇ ਕਹਿ ਕਹਿ ਕੋ ਨਿਕਰਾਏ ਬਡੇਰਾ। ਤੇ ਕਹਿ ਕੇ ਉਹਨਾਂ ਤੋਂ ਕੰਮ ਜਿਹੜਾ ਵੱਡਾ ਕਰਵਾਇਆ ਹੈ। ਸ਼ਿਲਪਣ ਤੇ ਸੋ ਕਰਾਵਤ ਰਹਿ। ਕਾਰੀਗਰਾਂ ਤੋਂ ਕੰਮ ਕਰਵਾਉਂਦੇ ਹਨ। ਚੂਨਾ ਈਟ ਪੁਚਾਵੋ ਕਹੈ। ਤੇ ਉਹਨਾਂ ਤੋਂ ਕਹਿ ਕੇ ਚੂਨਾ ਤੇ ਇੱਟਾਂ ਜਿਹੜਾ ਹੈ, ਇੱਟਾਂ ਜਿਹੜੀਆਂ ਨੇ ਉਹ ਤਿਆਰ ਕਰਵਾਉਂਦੇ ਹਨ। ਕਬ ਕਬ ਸ੍ਰੀ ਗੁਰ ਦੇਖੈ ਜਾਈ। ਕਦੇ ਕਦੇ ਗੁਰੂ ਅਰਜਨ ਦੇਵ ਸਾਹਿਬ ਜੀ ਜਾ ਕੇ ਆਪ ਦੇਖਦੇ ਹਨ। ਲਗੇ ਕਾਰਜੈ ਸਿੱਖ ਸਮੁਦਾਈ। ਬਹੁਤੀਆਂ ਸਿੱਖ ਸੰਗਤਾਂ ਜਿੱਥੇ ਕਾਰੀਗਰ ਕੰਮ ਕਰ ਰਹੇ ਸੀ, ਸਰੋਵਰ ਦੀਆਂ ਪੌੜੀਆਂ ਬਣਾ ਰਹੇ ਸਨ, ਚੂਨੇ ਦੇ ਨਾਲ ਤਿਆਰੀ ਹੋ ਰਹੀ ਸੀ ਇੱਟਾਂ ਦੇ ਨਾਲ, ਉੱਥੇ ਸਿੱਖ ਸੰਗਤਾਂ ਵੀ ਆਪਣੇ ਕਰ ਕਮਲਾਂ ਨੂੰ ਸਫਲਾ ਕਰਨ ਵਾਸਤੇ, ਕਿਉਂਕਿ ਹੱਥ ਪੈਰ ਵੀ ਉਹੀ ਸਫਲੇ ਨੇ ਜਿਹੜੇ ਗੁਰੂ ਦੀ ਸੇਵਾ ਵਿੱਚ ਲੱਗ ਜਾਣ। ਨਹੀਂ ਤਾਂ ਭਾਈ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਇਸ ਲਈ ਸਰੀਰ ਨੂੰ ਵੀ ਸਫਲਾ ਕਰਨ ਵਾਸਤੇ, ਜੇ ਕੋਈ ਕਹੇ ਕਿ ਇਕੱਲਾ ਜੀ ਮੈਂ ਪੈਸੇ ਦੇ ਕੇ ਸੇਵਾ ਕਰ ਲਈ, ਉਹ ਤਾਂ ਮਾਇਆ ਸਫਲੀ ਕਰ ਰਹੇ ਹਾਂ। ਸਰੀਰ ਦੀ ਸਫਲਤਾ ਤੇ ਹੱਥਾਂ ਨਾਲ ਕੀਤੀ ਸੇਵਾ ਨਾਲ ਹੁੰਦੀ ਹੈ। ਇਸ ਲਈ ਜਿੱਥੇ ਕਾਰੀਗਰ ਇਹ ਕੰਮ ਕਰ ਰਹੇ ਹਨ, ਉੱਥੇ ਸਿੱਖ ਸੰਗਤਾਂ ਜਿਹੜੀਆਂ ਹਨ ਬੜੇ ਪ੍ਰੇਮ ਦੇ ਨਾਲ ਸਰੋਵਰ ਦੀ ਸੇਵਾ ਕਰ ਰਹੀਆਂ ਨੇ। ਨਿਜ ਕਲਿਆਣ ਚਾਹੈ ਕਰ ਸੇਵਾ। ਕਾਹਦੇ ਲਈ ਸੇਵਾ ਕਰਦੇ ਨੇ? ਆਪਣੀ ਕਲਿਆਣ ਚਾਹੁੰਦੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖ ਰੂਪੀ ਪੰਛੀ ਨੂੰ ਨਾ ਦੋ ਖੰਭ ਦਿੱਤੇ ਹਨ, ਸੇਵਾ ਅਤੇ ਸਿਮਰਨ। ਤੇ ਪੰਛੀ ਭਾਵੇਂ ਜਿੰਨਾ ਮਰਜ਼ੀ ਤੰਦਰੁਸਤ ਹੋਵੇ ਜੀ, ਪਰ ਇੱਕ ਖੰਭ ਵੀ ਉਹਦੇ ਕੋਲ ਨਾ ਹੋਵੇ ਨਾ, ਜੇ ਖੰਭ ਉਹਦਾ ਇੱਕ ਹੋਵੇ ਤੇ ਉੱਡ ਨਹੀਂ ਸਕਦਾ, ਹੈ ਉਹ ਤੰਦਰੁਸਤ। ਇਸੇ ਤਰ੍ਹਾਂ ਜਿੰਨਾ ਮਰਜ਼ੀ ਸਾਡੇ ਕੋਲ ਪਦਾਰਥ ਧਨ ਦੌਲਤ ਹੋਣ, ਤੇ ਪਰ ਜਿੰਨਾ ਚਿਰ ਸੇਵਾ ਸਿਮਰਨ ਨਹੀਂ, ਮਹਾਰਾਜ ਕਹਿੰਦੇ ਉਹਨਾਂ ਚਿਰ ਭਵ ਸਾਗਰ ਤੋਂ ਤਰਿਆ ਨਹੀਂ ਜਾ ਸਕਦਾ। ਇਹ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੋ ਖੰਭ ਦਿੱਤੇ। ਇਹ ਸਿੱਖ ਸੰਗਤਾਂ ਹੱਥੀਂ ਸੇਵਾ ਕਰਦੀਆਂ ਨੇ ਆਪਣੀ ਕਲਿਆਣ ਦੇ ਵਾਸਤੇ, ਜਿਸ ਤੇ ਹੋਏ ਪ੍ਰਸੰਨ ਗੁਰਦੇਵਾ। ਤੇ ਦੂਸਰੀ ਗੱਲ ਗੁਰੂ ਦੀ ਖੁਸ਼ੀ ਲੈਣ ਵਾਸਤੇ। ਚਲੋ ਇੱਕ ਤਾਂ ਕਲਿਆਣ ਹੋਵੇਗੀ, ਹੱਥਾਂ ਪੈਰਾਂ ਦੀ ਸਫਲਤਾ ਹੈ, ਦੂਜੀ ਗੁਰੂ ਦੀ ਖੁਸ਼ੀ ਘਨੇਰੀ ਉਹਦੇ ਤੇ ਹੁੰਦੀ ਹੈ ਜਿਹੜਾ ਸੇਵਾ ਕਰਦਾ ਗੁਰੂ ਦਰ ਤੇ, ਆਪਣਾ ਆਪ ਗੁਰੂ ਚਰਨਾਂ ਵਿੱਚ ਸਮਰਪਣ ਕਰਕੇ। ਇਸ ਵਿਦ ਕੀਤੇ ਦਿਵਸ ਬਤਾਏ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕੁਝ ਦਿਨ ਬਤੀਤ ਕੀਤੇ ਹਨ। ਸ੍ਰੀ ਅਰਜਨ ਉਪਕਾਰ ਕਰਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਵੱਡੇ ਪਰਉਪਕਾਰੀ, ਸਾਡੇ ਤੇ ਸਿੱਖਾਂ ਤੇ ਮਨੁੱਖਾਂ ਦਾ ਭਲਾ ਕਰਨ ਵਾਸਤੇ ਵੱਡਾ ਪਰਉਪਕਾਰ ਕਰ ਰਹੇ ਹਨ। ਪੂਰਬ ਦਿਸ਼ ਕੀ ਬਣੈ ਸੁਪਾਨ। ਪੂਰਬ ਦਿਸ਼ਾ ਵਾਲੀਆਂ ਜਿਹੜੀਆਂ ਪੌੜੀਆਂ ਸੀ ਉਹ ਤਿਆਰ ਹੋ ਗਈਆਂ। ਨਰਨ ਭੀੜ ਬਹੁ ਹੋਏ ਤਿਸ ਥਾਨ। ਤੇ ਮਨੁੱਖਾਂ ਦੀ ਬਹੁਤੀ ਭੀੜ ਜਿਹੜੀ ਸੀ ਇੱਥੇ ਹੋਈ ਹੈ। ਆਵੈ ਸੰਗਤ ਕਾਬਲ ਕੇਰੀ। ਕਾਬਲ ਤੋਂ ਵੀ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਹਨ। ਬਲਕ ਬੁਖਾਰੇ ਨਗਰ ਕਨੇਰੀ। ਇਹ ਬਲਕ ਬੁਖਾਰੇ ਜਿਹੜੇ ਹਨ, ਜਿਹੜੇ ਧਨੀ ਇਲਾਕੇ ਸਨ, ਉੱਥੋਂ ਵੀ ਬਹੁਤੀਆਂ ਸੰਗਤਾਂ ਆਉਂਦੀਆਂ ਨੇ। ਧੰਨੀ ਖੇਪ ਪਿਸ਼ੌਰ ਜਿਵਾਸੀ। ਘੇਪ ਇਲਾਕੇ ਦੇ ਪਿਸ਼ੌਰ ਦੇ ਸਿੱਖ ਜਿਹੜੇ ਬਹੁਤੇ ਧਨੀ ਸਨ। ਅੱਜ ਵੀ ਸਾਧ ਸੰਗਤ ਜੀ ਆ ਪਿਸ਼ੌਰੀ ਸਿੱਖ ਜਿਹੜੇ ਹਨ, ਉਹਨਾਂ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਅਥਾਹ ਕਿਰਪਾ ਹੈ। ਅੱਜ ਵੀ ਉਹ ਬੜੇ ਪ੍ਰੇਮ ਦੇ ਨਾਲ ਜਿੱਥੇ ਜਿੱਥੇ ਵੀ ਰਹਿ ਰਹੇ ਨੇ, ਤੇ ਬੜੇ ਪ੍ਰੇਮ ਨਾਲ ਗੁਰੂ ਘਰ ਦੀਆਂ ਸੇਵਾਵਾਂ ਕਰਦੇ ਨੇ, ਚਾਅ ਦੇ ਨਾਲ। ਕਿਸ ਤਰ੍ਹਾਂ ਸੰਗਤ ਦੀ ਇੰਨੀ ਭੀੜ ਇਕੱਠੀ ਹੁੰਦੀ ਹੈ, ਕਾਬਲ ਤੋਂ, ਕੰਧਾਰ ਤੋਂ, ਇਸੇ ਤਰ੍ਹਾਂ ਘੇਪ ਇਲਾਕਾ ਤੇ ਪਿਸ਼ੌਰ ਦਾ ਇਲਾਕਾ, ਉੱਥੋਂ ਵੀ ਸੰਗਤਾਂ ਚੱਲ ਕੇ ਸੇਵਾ ਲਈ ਆਉਂਦੀਆਂ ਹਨ। ਪੁਰਸ ਮੁਲਤਾਨ ਸ਼ਿਕਾਰਪੁਰਾ ਸੀ। ਸੁਲਤਾਨਪੁਰਾ ਤੇ ਸ਼ਿਕਾਰਪੁਰਾ, ਇਹ ਸਾਰੇ ਇਲਾਕਿਆਂ ਤੋਂ। ਇਤ ਦੱਖਣ ਅਰ ਪੂਰਬ ਕੇਰੀ। ਇਧਰ ਦੱਖਣ ਵਾਲੇ ਪਾਸੋਂ ਤੇ ਪੂਰਬ ਵਾਲੇ ਪਾਸੋਂ ਬਾਬੇ ਤਾਰੇ ਚਾਰ ਚੱਕ, ਚੌਹਾਂ ਚੱਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਤਾਰੇ। ਚਾਰੇ ਦਿਸ਼ਾਵਾਂ 'ਚ ਮੁਬਾਰਕ ਚਰਨ ਪਾਏ। ਉਹਨਾਂ ਸਾਰੇ ਇਲਾਕਿਆਂ ਵਿੱਚ ਗੁਰੂ ਘਰ ਦੀਆਂ ਸੰਗਤਾਂ ਬੈਠੀਆਂ ਨੇ, ਅੱਜ ਵੀ ਭਾਗ ਲੱਗੇ ਹਨ। ਤੇ ਫਿਰ ਸਾਰੇ ਇਲਾਕਿਆਂ ਚੋਂ ਦੱਖਣ ਤੋਂ ਪੂਰਬ ਵਾਲੇ ਪਾਸਿਓਂ ਸੰਗਤ ਦਰਸ਼ੈ ਆਏ ਬਡੇਰੀ। ਵੱਡੀ ਗਿਣਤੀ ਵਿੱਚ ਸੰਗਤਾਂ ਆ ਕੇ ਗੁਰੂ ਘਰ ਦਰਸ਼ਨ ਕਰਦੀਆਂ ਹਨ। ਕਿਤਕ ਦੇਸ਼ ਗਿਣੀ ਹੈ ਜਗ ਕੇਰੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਸੰਗਤ ਜੀ ਮੈਂ ਕਿੰਨੇ ਕੁ ਦੇਸ਼ ਗਿਣ ਕੇ ਦੱਸਾਂ,
ਕੋਈ ਵੀ ਐਸਾ ਇਲਾਕਾ ਨਹੀਂ ਜਿੱਥੋਂ ਸੰਗਤ ਨਾ ਆਈ ਹੋਵੇ। ਜੇ ਆਵਤ ਗੁਰ ਦਰਸ਼ਨ ਹੇਰੇ, ਜਿਹੜੇ ਸਿੱਖ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਹਨ, ਤੀਰਥਕਾਰ ਕਰਹਿ ਸੋ ਆਏ। ਵੱਡੀ ਸੰਗਤ ਤੀਰਥ ਦੀ ਸੇਵਾ ਕਰ ਰਹੀ, ਜਿਹੜਾ ਵੱਡਾ ਤੀਰਥ ਗੁਰੂ ਸਾਹਿਬ ਨੇ ਰਚਿਆ ਹੈ ਨਾ, ਇਸ ਦੀ ਸੇਵਾ ਵਿੱਚ ਲੱਗੀਆਂ ਹਨ। ਤਿਸ ਪਰ ਹੋਵਤ ਖੁਸ਼ੀ ਸਿਵਾਏ। ਹੁਣ ਗੁਰੂ ਸਾਹਿਬ ਜੀ ਦੀ ਉਹਨਾਂ ਤੇ ਸਵਾਈ ਖੁਸ਼ੀ ਹੁੰਦੀ ਹੈ। ਇੱਕ ਤਾਂ ਹੈ ਕਿ ਚਲੋ ਦਰਸ਼ਨਾਂ ਲਈ ਆਇਆ, ਗੁਰੂ ਸਾਹਿਬ ਉਹਦੇ ਤੇ ਪ੍ਰਸੰਨ ਨੇ, ਪਰ ਉਹਨੂੰ ਸਵਾਈ ਖੁਸ਼ੀ ਮਿਲਦੀ ਹੈ ਜੀ ਗੁਰੂ ਘਰ ਚੋਂ। ਜਿਹੜਾ ਆ ਕੇ ਗੁਰੂ ਦਰ ਸੇਵਾ ਕਰਦਾ ਹੈ, ਉਹ ਵੱਡੇ ਭਾਗਾਂ ਵਾਲਾ ਹੈ, ਜਿਹੜਾ ਉਪਦੇਸ਼ ਸੁਣ ਕੇ ਫਿਰ ਉਹਦੀ ਕਮਾਈ ਕਰੇ। ਤੇ ਫਿਰ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਤੂੰ ਸੇਵਾ ਕਰ, ਜੇ ਸੇਵਾ ਕਰੇਗਾ ਸਾ ਸੇਵਾ ਕੀਤੀ ਸਫਲ ਹੈ। ਉਹ ਸੇਵਾ ਸਫਲੀ ਜਿਹੜੀ ਕੀਤੀ, ਗੁਰੂ ਦਾ ਮਨ ਤੇਰੇ ਤੇ ਪ੍ਰਸੰਨ ਹੋ ਜਾਵੇ। ਇਉਂ ਗੁਰੂ ਸਾਹਿਬ ਤੋਂ ਸਵਾਈ ਖੁਸ਼ੀ ਸਿੱਖ ਸੰਗਤਾਂ ਲੈਂਦੀਆਂ ਹਨ। ਸਤਿਗੁਰ ਕੋ ਰੁਖ ਦੇਖੈ ਜਿਉ ਜਿਉ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਗੁਰ ਕੋ ਰੁਖ ਦੇਖੇ ਜਿਉਂ ਜਿਉਂ, ਜਿਉਂ ਗੁਰੂ ਸਾਹਿਬ ਦੀ ਆਗਿਆ ਹੁੰਦੀ ਹੈ। ਖਨਹਿ ਕਾਰ ਕਰਹਿ ਨਰ ਤਿਉ ਤਿਉ। ਉਸੇ ਤਰ੍ਹਾਂ ਜਿਹੜੇ ਕਾਰੀਗਰ ਨੇ ਉਹ ਕਾਰ ਕਰਦੇ ਹਨ। ਸਾਧ ਸੰਗਤ, ਜਿਹੜਾ ਹਰਿਮੰਦਰ ਸਾਹਿਬ ਦਾ ਸਥਾਨ ਤਿਆਰ ਹੋਇਆ, ਇਹ ਕਿਹੜੇ ਇੰਜੀਨੀਅਰ ਨੇ ਨਕਸ਼ਾ ਪਾਸ ਕੀਤਾ ਹੈ ਜੀ? ਇਹ ਗੁਰੂ ਸਾਹਿਬ ਜੀ ਨੇ ਜਿਸ ਤਰ੍ਹਾਂ ਆਗਿਆ ਕੀਤੀ, ਕਾਰੀਗਰਾਂ ਨੇ, ਸਿੱਖਾਂ ਨੇ ਉਸੇ ਤਰ੍ਹਾਂ ਇਹਦੀ ਤਿਆਰੀ ਕੀਤੀ। ਇਸੇ ਤਰ੍ਹਾਂ ਤਰਨ ਤਾਰਨ ਸਾਹਿਬ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਆਗਿਆ ਕਰ ਰਹੇ ਨੇ, ਕਾਰੀਗਰ ਅਤੇ ਸਿੱਖ ਉਸੇ ਤਰ੍ਹਾਂ ਉਹਦੀ ਤਿਆਰੀ ਕਰਦੇ ਹਨ। ਇਸ ਬਿਦ ਕੀਤੇ ਮਾਸ ਬਿਤਾਏ। ਇਸ ਤਰ੍ਹਾਂ ਸਰੋਵਰ ਤਿਆਰ ਕਰਦਿਆਂ ਕੁਝ ਮਹੀਨੇ ਬਤੀਤ ਹੋਏ ਹਨ। ਪੂਰਬ ਦਿਸ਼ ਸੋਪਾਨ ਬਣਾਏ। ਪੂਰਬ ਦਿਸ਼ਾ ਵਾਲੀਆਂ ਪੌੜੀਆਂ ਜਿਹੜੀਆਂ ਸੀ ਸਰੋਵਰ ਦੀਆਂ ਤਿਆਰ ਹੋਈਆਂ ਹਨ। ਕੇਤਕ ਖਣੀ ਭੂਮਿਕਾ ਤਹਾਂ। ਹਾਂ, ਕਿੰਨੀ ਕੁ ਜਿਹੜੀ ਭੂਮਿਕਾ ਜ਼ਮੀਨ ਜਿਹੜੀ ਸੀ ਉਹ ਪੁੱਟੀ ਗਈ ਹੈ। ਗੁਰੂ ਕਾਮ ਤੀਰਥ ਹੋਏ ਮਹਾ। ਗੁਰੂ ਸਾਹਿਬ ਦੀ ਇਹੋ ਇੱਛਾ ਹੈ ਕਿ ਇੱਥੇ ਵੱਡਾ ਤੀਰਥ ਜਿਹੜਾ ਹੈ ਤਰਨ ਤਾਰਨ ਉਹ ਪ੍ਰਗਟ ਹੋਵੇ। ਇਹ ਸਾਧ ਸੰਗਤ ਜੀ ਗੁਰੂ ਕੇ ਤੀਰਥ ਹਨ। ਸੋ ਜਿਸ ਤੀਰਥਾਂ ਦੇ ਉੱਤੇ ਕੱਲਾ ਨਹਾਉਣ ਵਾਸਤੇ ਨਹੀਂ, ਜਿੱਥੇ ਗੁਰੂ ਸਾਹਿਬ ਜੀ ਨੇ ਸ਼ਬਦ ਦਾ ਪ੍ਰਭਾਵ ਵੀ ਚਲਾਇਆ ਹੈ, ਫਿਰ ਜਿਹੜਾ ਭਾਵਨਾ ਦੇ ਨਾਲ ਚੱਲ ਕੇ ਆਉਂਦਾ ਹੈ, ਜਿਹੜੇ ਸਿੱਖ ਦਾ ਹਿਰਦਾ ਗੁਰੂ ਦਾ ਸ਼ਬਦ ਜਿਸ ਹਿਰਦੇ ਵਿੱਚ ਟਿਕਿਆ ਹੈ, ਉਹ ਜਦੋਂ ਭਾਵਨਾ ਨਾਲ ਆ ਕੇ ਫਿਰ ਉਸ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ, ਤੇ ਫਿਰ ਸਾਰੇ ਜਿਹੜੇ ਦੁੱਖ ਹਨ ਦੂਰ ਹੁੰਦੇ ਨੇ। ਅੱਜ ਵੀ ਸੰਗਤਾਂ ਬੜੀ ਭਾਵਨਾ ਦੇ ਨਾਲ ਤਰਨ ਤਾਰਨ ਸਾਹਿਬ ਦਰਸ਼ਨਾਂ ਵਾਸਤੇ ਆਉਂਦੀਆਂ ਨੇ। ਤੇ 14 ਦੀ ਜਿਹੜੀ ਮੱਸਿਆ ਹੈ ਉਹ ਉੱਥੇ ਬਹੁਤ ਵੱਡੀ ਤਾਦਾਦ ਵਿੱਚ ਸੰਗਤ ਜੁੜਦੀ ਹੈ। ਫਿਰ ਭਾਦਰੋਂ ਦੀ ਮੱਸਿਆ ਉਹ ਵੀ ਸਾਲ ਵਿੱਚ ਬਹੁਤ ਭਰਦੀ ਹੈ। ਬੇਅੰਤ ਸੰਗਤਾਂ ਭਾਵਨਾ ਦੇ ਨਾਲ ਗੁਰੂ ਸਾਹਿਬ ਦੇ ਉਪਦੇਸ਼ ਨੂੰ ਮੰਨਦਿਆਂ ਹੋਇਆਂ ਦਰਸ਼ਨਾਂ ਲਈ ਆਉਂਦੀਆਂ ਨੇ, ਗੁਰ ਸ਼ਬਦ ਦੀ ਕਮਾਈ ਕਰਦੀਆਂ ਹਨ, ਸੇਵਾ ਸਿਮਰਨ ਕਰਕੇ ਜੀਵਨ ਨੂੰ ਸਫਲਾ ਕਰਦੀਆਂ। ਇਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਵੱਡੇ ਪਰਉਪਕਾਰੀ ਸਤਿਗੁਰੂ ਮਹਾਰਾਜ ਇਹ ਬਖਸ਼ਿਸ਼ਾਂ ਕਰ ਰਹੇ ਹਨ। ਸੋ ਇੱਥੇ ਇਹ ਅਧਿਆਇ ਸਮਾਪਤ ਹੈ। ਜਿਸ ਤਰ੍ਹਾਂ ਨੇੜੇ ਨੂਰਦੀਨ ਦੀ ਸਰਾਂ ਤੇ ਇੱਕ ਹੋਰ ਜਿਹੜਾ ਤੁਰਕ ਸੀ ਉਹ ਵੀ ਸਰਾਵਾਂ ਬਣਾ ਰਹੇ ਸਨ। ਇੱਟਾਂ ਦੀ ਉਹਨਾਂ ਨੂੰ ਥੁੜ ਜਿਹੜੀ ਲੱਗੀ, ਜਿਸ ਤਰ੍ਹਾਂ ਉਹ ਪਜਾਵੇ 'ਚੋਂ ਇੱਟਾਂ ਲੈ ਗਏ, ਫਿਰ ਕਲਾਲ ਆ ਕੇ ਦੱਸਦਾ ਮਹਾਰਾਜ ਇੱਟਾਂ ਚੁੱਕੀਆਂ ਗਈਆਂ। ਸਤਿਗੁਰਾਂ ਨੇ ਕਿਹਾ ਲਿਜਾਣ ਦਿਓ, ਆਉਣ ਵਾਲੇ ਸਮੇਂ ਵਿੱਚ ਸਾਡੇ ਸਿੱਖ ਇਹ ਨੀਹਾਂ ਦੇ ਸਮੇਤ ਜਿਹੜੀਆਂ ਇੱਟਾਂ ਨੀਹਾਂ ਵਿੱਚੋਂ ਵੀ ਕੱਢ ਲਿਆਉਣਗੇ। ਉਹ ਫਿਰ ਬਾਅਦ ਵਿੱਚ ਇਸੇ ਤਰ੍ਹਾਂ ਹੋਇਆ। ਉਹ ਸਮਾਂ ਆਉਣ 'ਤੇ ਫਿਰ ਜਦੋਂ ਮਿਸਲਾਂ ਆਈਆਂ, ਉਹ ਇੱਟਾਂ ਜਿਹੜੀਆਂ ਸਨ ਉਹ ਬਾਅਦ ਵਿੱਚ ਫਿਰ ਆ ਕੇ ਤਰਨ ਤਾਰਨ ਸਾਹਿਬ ਲੱਗੀਆਂ। ਇਹ ਪੂਰੇ ਗੁਰੂ ਦੇ ਬਚਨ ਸਨ। ਇਹ ਵਿਚਾਰ ਆਪਾਂ ਆਉਂਦੇ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਦੋ ਪੰਕਤੀਆਂ ਅਖੀਰਲੀਆਂ ਸਰਵਣ ਕਰੀਏ। ਇੱਥੇ ਸਮਾਪਤੀ ਹੈ ਜੀ। ਇਸ ਬਿਦ ਕੀਤੇ ਮਾਸ ਬਿਤਾਏ, ਪੂਰਬ ਦਿਸ਼ ਸੋਪਾਨ ਬਣਾਏ, ਕੇਤਕ ਖਣੀ ਭੂਮਿਕਾ ਤਹਾਂ, ਗੁਰੂ ਕਾਮ ਤੀਰਥ ਹੋਏ ਮਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।